वाहिगुरू जी का खालसा वाहिगुरू जी की फतेह। दास जतिंदर सिंह कैलीफोर्निया तो ਤੁਸੀਂ ਸਾਰੇ ਸੁਣਨ ਵਾਲੇ ਜਿਵੇਂ ਜਾਣਦੇ ਹੀ ਹੋ ਕਿ ਵਿਸ਼ਾ ਮਹਾਂਕਾਲ ਦਾ ਚੱਲਿਆ ਸੀਗਾ ਤੇ ਪਰਮਜੋਤ ਰਾਣੇ ਨੇ ਜੋ ਮਹਾਂਕਾਲ ਦੇ ਅਰਥ ਆ ਉਹ ਸ਼ਿਵ ਜੀ ਨਾਲ ਜੋੜੇ ਸੀ ਤੇ ਕਾਲਕਾ ਜਿਹੜਾ ਸ਼ਬਦ ਆਉਂਦਾ ਆ ਮਹਾਕਾਲ ਕਾਲ ਕਾ ਅਰਾਧੀ ਉਹਨੂੰ ਕਾਲਿਕਾ ਨਾਲ ਜੋੜਿਆ ਸੀ। ਕਾਲਿਕਾ ਲੱਲੇ ਨੂੰ ਸਿਆਰੀ ਪਾ ਕੇ ਕਾਲਿਕਾ ਨਾਲ ਜੋੜਿਆ ਸੀ, ਹੈ ਕਾਲਕਾ ਆ ਤੇ ਉਹ ਸ਼ਬਦ ਨੂੰ ਕਾਲਿਕਾ ਨਾਲ ਜੋੜਿਆ ਤੇ ਸਿੱਖਾਂ ਨੂੰ ਇਹ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗ੍ਰੰਥ ਦੇ ਵਿੱਚ ਸ਼ਿਵ ਜੀ ਨੂੰ ਤੇ ਕਾਲਕਾ ਨੂੰ ਅਰਾਧਦਾ ਰਿਹਾ ਆ, ਤਾਂ ਕਰਕੇ ਅਸੀਂ ਇਸ ਗ੍ਰੰਥ ਦਾ ਖੰਡਨ ਕਰਦੇ ਹਾਂ। ਚਲੋ ਇਹ ਇੱਕ ਉਹਨਾਂ ਦਾ ਮਤਲਬ ਇੱਕ ਸਵਾਲ ਸੀਗਾ ਵੀ ਇਹ ਜੁੜਦਾ ਹੋਇਆ ਵੀ ਇਹਦੇ ਕਾਰਨ ਕਰਕੇ ਵੀ ਅਸੀਂ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਆ ਉਹ ਆਪਣੇ ਪਿਛਲੇ ਜਨਮ ਦੇ ਵਿੱਚ ਇਹਨਾਂ ਦੀ ਭਗਤੀ ਕਰਦੇ ਰਹੇ ਆ। ਤਾਂ ਉਹ ਗੱਲਬਾਤ ਉਹਦੇ ਅੱਗੇ ਕੋਈ ਹੋਰ ਵੀ ਸੀਗੀ ਉਹਨਾਂ ਦੀ, ਜਿਹੜੀ ਮਤਲਬ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਸੀਂ ਪਹਾੜਾਂ ਤੇ ਚੜਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਉਹ ਜਪ ਤਪ ਕਰਦੇ ਆ, ਤਾਂ ਦਸਮ ਗ੍ਰੰਥ ਦਾ ਜਿਹੜਾ ਜਪ ਤਪ ਹੈਗਾ ਆ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜਾ ਜਪ ਤਪ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਜਪ ਤਪ ਦਾ ਖੰਡਨ ਕਰਦੇ ਨੇ। ਤਾਂ ਜਦੋਂ ਇਹਨੇ ਆਪਣੇ ਨੇ ਪਰਮਜੋਤ ਰਾਣੇ ਨੇ ਇਹ ਗੱਲ ਕਹੀ ਕਿ 356 ਅੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਪ ਤਪ ਦਾ ਖੰਡਨ ਕਰਦੇ ਆ, ਤੇ ਮੇਰੇ ਨਾਲ WhatsApp ਤੇ ਗੱਲ ਹੋਈ ਇਹਦੀ। ਤਾਂ ਮੈਂ ਇਹਨੂੰ ਕਿਹਾ ਵੀ ਜਿਹੜਾ 356 ਅੰਗ ਆ 356 ਅੰਗ ਮੈਂ ਇੱਧਰੋਂ ਪੂਰਾ ਖੋਲਿਆ ਆਪਣੇ ਨੂੰ, ਤਾਂ ਉਹਦੇ ਵਿੱਚ ਤੁਰੀਆ ਅਵਸਥਾ ਦਾ ਜ਼ਿਕਰ ਵੀ ਆਉਂਦਾ ਸੀਗਾ, ਉਹਦੇ ਵਿੱਚ ਜਪ ਤਪ ਦਾ ਕਿਤੇ ਖੰਡਨ ਨਹੀਂ ਸੀ ਹੈਗਾ। ਤਾਂ ਮੈਂ ਇਹਨੂੰ ਇੱਧਰੋਂ ਜਵਾਬ ਕੀਤਾ, ਮੈਂ ਕਿਹਾ ਵੀ ਤੁਰੀਆ ਅਵਸਥਾ ਬਾਰੇ ਪਤਾ ਤੈਨੂੰ? ਤਾਂ ਇਹਨੂੰ ਤੁਰੀਆ ਅਵਸਥਾ ਦਾ ਮਜ਼ਾਕ ਉਡਾਉਣ ਲੱਗ ਪਿਆ। ਜਿਹੜੀ ਮੈਂ ਪਿਛਲੀ ਵੀਡੀਓ ਬਣਾਈ ਆ ਉਹਦੇ ਵਿੱਚ ਇਹਦਾ ਚੰਗੀ ਤਰ੍ਹਾਂ ਧੂੰਆਂ ਆਪਾਂ ਕੱਢਿਆ, ਉਹ ਸਾਰੇ ਤੁਸੀਂ ਜਾਣਦੇ ਹੋ। ਹੁਣ ਜਿੱਦਾਂ ਧੂੰਆਂ ਨਿਕਲਿਆ ਹੋਵੇ, ਜਿਸ ਬੰਦੇ ਨੂੰ ਪਤਾ ਹੋਵੇ ਵੀ ਜਿਹੜਾ ਬੰਦਾ ਜਿਹੜੀ ਗੱਲ 'ਚ ਫਸ ਚੁੱਕਾ ਆ, ਤਾਂ ਉਹ ਕਦੀ ਮੰਨਦਾ ਨਹੀਂ ਹੁੰਦਾ ਵੀ ਹਾਂ ਮੇਰਾ ਧੂੰਆਂ ਨਿਕਲ ਗਿਆ। ਉਹ ਜਿਵੇਂ ਜਿੰਨੇ ਸਰੋਤੇ ਜਨ ਜਿਹੜੇ ਜਿਨ੍ਹਾਂ ਨੇ ਵੀ ਵੀਡੀਓ ਦੇਖੀਆਂ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕਿੱਥੇ ਗੱਲ 'ਚ ਫਸਦਾ ਸੀਗਾ, ਜਿਹੜੀ ਗੱਲ ਤੋਂ ਇਹ ਭੱਜ ਚੁੱਕਾ ਬਾਅਦ ਚੋਂ। ਕਿਉਂਕਿ ਇਹ 356 ਅੰਗ ਦੇ ਨਾਲ ਜਿਹੜਾ ਦਸਮ ਗ੍ਰੰਥ ਦਾ ਖੰਡਨ ਕਰਨਾ ਚਾਹੁੰਦਾ ਸੀਗਾ। ਅਬ ਮੈਂ ਆਪਣੀ ਕਥਾ ਬਖਾਨੋ ਜਪ ਤਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਹੇਮਕੁੰਡ ਸਾਹਿਬ ਤੇ ਕੀਤਾ, ਉਸ ਜਪ ਤਪ ਨੂੰ ਖੰਡਨ ਕਰਨ ਵਾਸਤੇ ਇਹ 356 ਅੰਗ ਤੋਂ ਜਿਹੜਾ ਸ਼ਬਦ ਨੇ ਲਿਆ ਸੀਗਾ, ਉਹ 356 ਅੰਗ ਦਾ ਸ਼ਬਦ ਜਿਹੜਾ ਸੀਗਾ ਉਹਦੇ ਤੇ ਫਿੱਟ ਨਹੀਂ ਸੀ ਬੈਠਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਜਪ ਤਪ ਦਾ ਖੰਡਨ ਨਹੀਂ ਕਿਤੇ ਹੈਗਾ। ਹਾਂ, ਉਹ ਰਿਵਾਜੀ ਜਪ ਤਪ ਜਿਹੜਾ ਹੈਗਾ ਆ, ਜੇ ਕੋਈ ਮਤਲਬ ਕੋਈ ਬੰਦਾ ਇਦਾਂ ਦਾ ਆਵੇ ਜਿਹੜਾ ਢੋਂਗੀ ਹੋਵੇ, ਪਖੰਡੀ ਹੋਵੇ, ਉਹ ਲੋਕਾਂ ਦਾ ਗੁਰੂ ਬਣ ਕੇ ਤੇ ਉਹਨਾਂ ਨੂੰ ਕੋਈ ਮੰਤਰ ਦਵੇ ਤੇ ਉਹਨੂੰ ਕਵੇ ਵੀ ਤੂੰ ਜਪ ਤਪ ਕਰ ਇਸ ਮੰਤਰ ਦਾ, ਤੇ ਫਿਰ ਤੇਰੀ ਹਉਮੈ ਵੀ ਨਿਕਲ ਜੂ, ਸਾਰਾ ਕੁਝ ਨਿਕਲ ਜੂ। ਉੱਥੇ ਉਹ ਜਪ ਤਪ ਉਹਦੀ ਕੋਈ ਮੁਕਤੀ ਜਾਂ ਉਹ ਜਪ ਤਪ ਉਹਨੂੰ ਗੁਰੂ ਸਾਹਿਬ ਨਾਲ ਨਹੀਂ ਜੋੜ ਸਕਦਾ। ਉਹ ਜਪ ਤਪ ਦਾ ਖੰਡਨ ਆ, ਜਿਵੇਂ ਮਤਲਬ ਜਿੱਦਾਂ ਧੋਤੀਆਂ ਵਾਲੇ ਆ ਜਾਂ ਜਿਨ੍ਹਾਂ ਨੇ ਗਲਾਂ ਦੇ ਵਿੱਚ ਮਾਲਾ ਪਾਈਆਂ ਆ, ਉਹ ਸਾਰੇ ਜਿਹੜੇ ਤਿਲਕ ਲਾਈ ਫਿਰਦੇ ਨੇ, ਉਹ ਜਿੰਨੇ ਬੰਦੇ ਨੇ ਉਹ ਇੱਕ ਬਨੌਟੀ ਠੱਗ ਬਣ ਜਾਂਦੇ ਨੇ, ਪਰ ਬਨੌਟੀ ਬਣਦੇ ਨੇ, ਅਸਲੀ ਨਹੀਂ ਬਣ ਪਾਉਂਦੇ। ਉਵੇਂ ਮਹਾਰਾਜ ਨੇ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਕਿ ਜਿਹੜੇ ਬਨੌਟੀ ਵੀ ਬਣ ਜਾਂਦੇ ਇਦਾਂ ਦੇ, ਜੇ ਸੱਚ ਆ ਤਾਂ ਝੂਠ ਵੀ ਨਾਲ ਖੜਾ ਕਰ ਲੈਂਦਾ। ਜੇ ਕੋਈ ਓਰੀਜਨਲ ਚੀਜ਼ ਹੈਗੀ ਆ ਤੇ ਉਹਦੀ ਫੇਕ ਵੀ ਤਿਆਰ ਕੀਤੀ ਜਾਂਦੀ ਆ ਬਾਅਦ ਚੋਂ। ਸੋ ਅਸੀਂ ਜੇ ਫੇਕ ਦਾ ਖੰਡਨ ਕਰਨਾ ਆ, ਫੇਕ ਨੂੰ ਕਹਿਣਾ ਹੈ ਕਿ ਹਾਂ ਫੇਕ ਗਲਤ ਆ, ਪਰ ਜਿਹੜੀ ਸਹੀ ਆ ਉਹਦਾ ਖੰਡਨ ਨਹੀਂ ਕਰ ਸਕਦੇ ਅਸੀਂ। ਸਹੀ ਹੋਈ ਰਹਿਣੀ ਆ, ਤੇ ਪਰ ਜਿਹੜੀ ਫੇਕ ਆ ਉਹਨੂੰ ਪਰਖਣਾ ਜਾਂ ਉਹਨੂੰ ਸਮਝਣਾ ਇਹ ਬੁੱਧੀ ਹੁੰਦੀ ਆ। ਸੋ ਮੈਂ ਜਿਹੜੀ ਗੱਲ ਆਪਾਂ ਸ਼ਾਰਟਕਟ ਦੇ ਵਿੱਚ ਜਾਣਾ ਆ ਕਿ ਪਰਮਜੋਤ ਰਾਣੇ ਦਾ ਇਹ ਇਤਰਾਜ਼ ਸੀਗਾ ਵੀ ਜਤਿੰਦਰ ਸਿੰਘ ਨੇ ਇੱਕ ਪੱਖ ਵਿਚਾਰਿਆ ਤੇ ਦੂਜਾ ਨਹੀਂ ਵਿਚਾਰਿਆ। ਤੇ ਦੂਜਾ ਪੱਖ ਕੀ ਸੀਗਾ ਕਿ ਦਸਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਆ ਉਹ ਹੇਮਕੁੰਡ ਸਾਹਿਬ ਤੇ ਭਗਤੀ ਕਰਦੇ ਰਹੇ, ਤੇ ਉਹ ਕਿਉਂ ਕਰਦੇ ਰਹੇ? ਦੂਜਾ ਪੱਖ ਤਾਂ ਵਿਚਾਰਿਆ ਜਾਂਦਾ ਨਾ ਵੀ ਜਿਸ ਕਸਵੱਟੀ ਦੇ ਨਾਲ ਪਰਮਜੋਤ ਰਾਣਾ ਇਹ ਕਹਿ ਰਿਹਾ ਆ ਕਿ 356 ਅੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਿਆ ਕਿ ਜਪ ਤਪ ਦਾ ਖੰਡਣਾ, ਤੇ ਜਦੋਂ ਉੱਥੇ ਖੰਡਣ ਹੀ ਨਹੀਂ ਹੈਗਾ ਜਪ ਤਪ ਦਾ, ਜਿਹੜੀ ਕਸਵੱਟੀ ਤੂੰ ਲਾ ਰਿਹਾ ਆ ਤੇਰੇ ਲਾਉਣ ਦਾ ਤਰੀਕਾ ਨਹੀਂ ਸਹੀ ਹੈਗਾ, ਤਾਂ ਫਿਰ ਤੇਰੀ ਸਾਰੀ ਗੱਲ ਹੀ ਖੰਡਨ ਹੋ ਗਈ, ਤੇਰੀ ਵੀਡੀਓ ਹੀ ਖੰਡਨ ਹੋ ਗਈ। ਕਿ ਜੇ ਮੈਂ ਤੈਨੂੰ ਉਹਦੇ ਵਿੱਚ ਪੁੱਛਿਆ ਕਿ ਤੁਰੀਆ ਅਵਸਥਾ ਬਾਰੇ ਜ਼ਿਕਰ ਦੱਸ, ਨਾ ਤਾਂ ਤੇਰਾ ਜੂਨ ਵਾਲਾ ਬੋਲ ਸਕਿਆ ਉਹਦੇ ਤੇ, ਨਾ ਤੂੰ ਬੋਲ ਸਕਿਆ ਤੁਰੀਆ ਅਵਸਥਾ ਤੇ, ਉੱਥੇ ਕਿੱਲੀ ਅੜ ਗਈ ਤੇਰੀ। ਫਿਰ ਤੂੰ ਮੈਨੂੰ ਲਿਖ ਕੇ ਭੇਜ ਦਿੱਤਾ ਕਿ ਤੁਰੀਆ ਅਵਸਥਾ ਜੀ ਇਹ ਜੀ ਭੰਗ ਪੀ ਕੇ ਬੱਕਰੇ ਬੁਲਾਉਣਾ ਹੁੰਦਾ ਆ। ਦੱਸੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੁਰੀਆ ਅਵਸਥਾ ਦਾ ਜ਼ਿਕਰ ਆ ਰਿਹਾ ਆ। 356 ਅੰਗ ਜਿਹੜਾ ਇਹਨੇ ਮੈਨੂੰ ਭੇਜਿਆ, ਲੱਗੀ ਨਿਸ਼ਾਨੀ ਪਿੱਛੋਂ ਆਉਂਦੀ ਆ, ਪੜਿਆ ਵੀ ਨਹੀਂ ਚੰਗੀ ਤਰ੍ਹਾਂ,
दवा दव लेके भेज दिता। तो हुण जो तुरी अवस्था का जिक्र आ गया तो मैं पुछ लिया इनू। फिर इन्हें अपने प्रोग्राम ते मैनू कॉल ला ली। कॉल इन्हें लाउण तो पहला की कीता कि इन्हें गल स्टार्ट कर ली सी। गल इन्हें स्टार्ट की सी कि महाकाल कालका आराधी कि जिहड़ा महाकाल आ वो कालका जिहड़ी देवी आ ओनू गुरु गोबिंद सिंह महाराज आराधदे रहे। तो मैं इनू गल ये कही कि देख फिर इन्हें गल तो लैके जिहड़ा मैनू इन्हें सवाल किया कॉल करके डायरैक्ट वो इन्हें यह किया कि गुरु गोबिंद सिंह महाराज पिछले जन्म च पहाड़ ते चढ़ के बंदगी करते रहे, जप तप का खंडन किया 356 तो उत्थे जप तप क्यों करते रहे। मैं क्या भी जिहड़ा शब्द शुरू किया है जिथों शब्द शुरू होंदा आ आपां उत्थों तुरे चलते हैं तो जिवें जिवें होऊगा उवें उवें अर्थ करी चलांगे क्योंकि अगे ही आ जाना ना जिहड़ा शब्द तू शुरू किया वो अगे आ तो जाना ही है। पर इनू काली ये सीगी भी मैं दवा दव इनू उत्थे लै जावां भी जिथे गुरु गोबिंद सिंह महाराज के पहाड़ ते चढ़न वाली गल सी, हेमकुंड साहब ते जाण वाली गल सी, वो बदो बदी मेरे मूँह च पाउंदा सी। एनी हो चाहिदा तेनू इदां सीगा भी ये मैनू कहंदा भी ठीक आ इदां भी तेनू 15 मिनट या 5 मिनट या 10 मिनट दिते भी अपनी गल क्लीयर करके ये भी गल क्लीयर कर दे भी वो क्यों बैठे सीगे इन्ने होना तां तरीका चाहिदा सीगा। ये बंदा बोलणों ही नहीं हटिया। तो मैं इनू गल कही कि महाकाल तू शिव जी नाल जोड़ रहा है तो महाकाल शिव जी नहीं हैगा, महाकाल है परमात्मा का रूप। तो तू महाकाल नू शिव जी नाल जोड़ी जाना ते कालका जिहड़ी देवी बनाई जाने साडे सिर देवी नू मड़ी जाने ते देवी नू तुसीं मानदे नहीं। काल का असीं कहने काल दा भी खत्म करन वाला जिहड़ा काल नू भी खाण वाला काल नू जिन्हें पैदा ही कीता है जिहड़ी काल भी उहदी एक शक्ति आ, काल भी ओहदे चों निकली होई ते ओहदे च समा जांदी आ, वो समा सकदी ओहदे च ही क्योंकि वो महाकाल आ, वो कदी खत्म होने वाला जिहड़ा वो हैगा परमात्मा, वो कदी भी नहीं खत्म होना ते वो हैगा महाकाल। अच्छा ये गल तो बाद ये जदों इनू पता लग गया भी वो गल मेरे को सैट नहीं बह रही तो इन्हें मेरी कॉल भी कट दी तो बोलने भी मैनू कख नहीं दिता। वो सारे स्रोतिया ने तुसीं सुन लिया है। मैं इनू इन्हें की किया रिकॉर्डिंग अपनी कट के पा दी तो मैं इनू मैसेज किया मैं क्या भी तै मैसेज देखे वो जिदे चो कहना तू भी मैं 10वें ग्रंथ नामी का धुआं कढ़दे धुआं आप कढ़ा बैठा। मैं क्या उत्थे मैसेज पढ़ लेने सी लोगों के भला भी किहदा निकलिया धुआं। तो अगे मैनू मैं ये भी लफ्ज बोलिया इनू मैं क्या भी तेनू पता तेरी उत्थे कुत्ते खानी किन्नी हुई। मैनू कहंदा भी वो कुत्ते जिहड़े हुंदे आ कुत्ते खानी ही करदे। इनू ये नहीं लफ्ज का पता भी कुत्ते खानी का मतलब हुंदा तेरी कुत्ते खानी तेरी कुत्तियां वाली हो गई तेरे नाल कुत्तियां वाली हो गई, इहदा ये मतलब हुंदा। एनी हो चलो कोई नहीं ये विषय नहीं हैगा। खैर ये कहंदा भी मैनू उहदे नाल कोई मतलब नहीं भी कौन मैनू की कहंदा है की नहीं कहंदा। तो मैं कहा भी जे लोकां वास्ते तां प्रोग्राम करदे असीं ते लोकां ने ही सानू जवाब देना हुंदा आ ते लोकां दे कमेंट पढ़ के साडे जिहड़े सानू समझ लगदी है भी असीं किन्नी क गल अपनी स्पष्ट कर सके। तो जिहड़ा कमेंट हुंदे आ कमेंटां दा जवाब देना भी बनदा ते वो कईयां दा दिंदा भी है खुद जे परवाह ना होवे तो जवाब क्यों दवे कईयां दा दिंदा भी है। चलो एनी हो मुक्कदी गल कि महाकाल जिहड़ा सीगा वो डिक्का बन के इन्हां दे गले च फस गया। वो इवें फस गया भी वो गल नूं क्लीयर करन वास्ते इन्हें सहारा लिया बाद च जीउण वाले दा। जीउण वाला की करदा आण के जीउण वाले तो आपां इत्थे गल जिहड़ी आ वो स्टार्ट करनी है। जीउण वाला इहदे प्रोग्राम ते की बोल के गया आ ते महाकाल किन्ना कसूता फस गया इन्हां दे कोलों। हुण आजो देखदे आं आपां अगे जिहड़ा महाकाल बारे इन्हां ने गलबात कीती आ वो आपां थोड़ी जी इन्हां दे मूंह ही एक वारी सुण लईए। जी प्रोग्राम ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਤੁਹਾਡਾ ਜੀ ਰਾਣਾ ਜੀ, ਤੁਹਾਡਾ ਤੇ ਸਰੋਪਤਾ ਜਨਰਲ ਸਾਹਿਬ ਦਾ ਤੇ ਦੋਨੋਂ ਧੰਨਵਾਦ ਸਾਹਿਬ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਆਪਣਾ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਡਿਸਕਸ਼ਨ ਅੱਜ ਮੈਂ ਸੁਣੀ ਸੀ ਸਾਰੀ ਤੇ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਆਇਆ ਕਿ ਉਹ ਜਿਹੜੀ ਮਤਲਬ ਸਾਡੀ ਗੱਲਬਾਤ ਇਹਦੇ ਰੇਡੀਓ ਤੇ ਹੋਈ ਆ ਇਹਦੇ ਪ੍ਰੋਗਰਾਮ ਤੇ ਰਾਣੇ ਦੇ ਤੇ ਉਹ ਜੀਉਣ ਵਾਲੇ ਨੇ ਸੁਣੀ ਹੋਈ ਆ ਸਾਰੀ। ਉਹ ਦੱਸ ਰਿਹਾ ਆ ਕਿ ਮੈਂ ਸੁਣੀ ਹੋਈ ਆ। ਮੈਂ ਤਾਂ ਕਹਿ ਰਿਹਾ ਕਿ ਇਹਨੇ ਗੱਲ ਸਾਡੀ ਡਿਸਕਸ਼ਨ ਸੁਣੀ ਹੋਈ ਆ ਉਹਦੇ ਤਰੀਕੇ ਨਾਲ ਇਹਨੇ ਜਵਾਬ ਦੇਣਾ ਹੈ ਤੇ ਸੁਣਿਓ ਕਿੱਦਾਂ ਦਾ ਤਰੀਕਾ ਇਹਦਾ। ਬਾਰੇ ਵੀ ਗੱਲ ਕਰ ਲਈ ਵੀ ਮਹਾਕਾਲ ਨੂੰ ਗੁਰੂ ਗ੍ਰੰਥ ਸਾਹਿਬ ਕਿਸ ਸੰਦਰਭ ਚ ਲੈਂਦੇ ਆ। ਦਰਅਸਲ ਗੱਲ ਇਹ ਹੈ ਜੀ ਸਾਨੂੰ ਤੋਲਣ ਵਾਸਤੇ ਤੱਕੜੀ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਦੀ। ਜਿਹੜਿਆਂ ਬੰਦਿਆਂ ਨੇ ਪਹਿਲੀ ਤੇ ਗੱਲ ਆ ਕਿ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਤੱਕੜੀ ਨਹੀਂ ਹੈਗਾ। ਠੀਕ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਵੀ
ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕੜੀ ਦਿੱਤੀ ਆ। ਤੱਕੜੀ ਨਹੀਂ ਹੁੰਦੀ, ਪਹਿਲਾਂ ਲਫ਼ਜ਼ ਸੋਚ ਕੇ ਬੋਲੀ ਦੇ ਹੁੰਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੱਕੜੀ ਬੋਲੀ ਜਾਂਦਾ। ਇਹ ਤਾਂ ਕਹੀ ਜਾਂਦਾ ਵੀ ਗੁਰੂ, ਇਹ ਤਾਂ ਕਹੀ ਜਾਂਦੀ ਗੱਲ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਉਸ ਦਾ ਜਿਹੜਾ ਉਹਦੇ ਤੇ ਆਧਾਰ ਤੇ ਗੱਲ ਫਿੱਟ ਨਹੀਂ ਬੈਠਦੀ, ਉਸ ਤਰੀਕੇ ਨਾਲ ਜਿੱਦਾਂ ਕਹਿ ਦਿੰਦੇ ਆ ਕਿ ਕਸਵੱਟੀ ਲਾਉਣੀ, ਕਸਵੱਟੀ ਦੇ ਨਾਲ ਉਸ ਦੇ ਨਾਲ ਪਰਖ ਲੈਣਾ ਤੇ ਤੱਕੜੀ ਬੋਲਣਾ, ਇਹ ਲਫ਼ਜ਼ ਸਹੀ ਨਹੀਂ ਹੈਗਾ। ਧੰਨ ਸਾਹਿਬ ਨੂੰ ਥਾਰੋਲੀ ਨਹੀਂ ਪੜਿਆ, ਚੰਗੀ ਤਰ੍ਹਾਂ ਨਹੀਂ ਪੜਿਆ ਤੇ ਸਮਝਿਆ। ਇਕੱਲਾ ਪੜ੍ਹਨਾ ਹੁੰਦਾ, ਪਾਠੀਆਂ ਨੇ ਬੜਿਆਂ ਨੇ ਪਾਠ ਕੀਤਾ ਪਰ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਪਿਆ। ਇਹਨੂੰ ਸਮਝਣ ਦੀ ਜ਼ਰੂਰਤ ਹੈ। ਜਦੋਂ ਅਸੀਂ ਸਮਝਦੇ ਹਾਂ ਤੇ ਸਾਡੇ ਕੋਲ ਫਿਰ ਤੱਕੜੀ ਬਣ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ। ਜਦੋਂ ਅਸੀਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਤੱਕੜੀ ਦੇ ਵਿੱਚ ਰੱਖ ਕੇ ਤੋਲਾਂਗੇ ਤੇ ਜਿਹੜੀ ਹਲਕੀ ਚੀਜ਼ ਆ ਉਹ ਆਪਣੇ ਆਪ ਇਹਦੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੁਲਦੀ ਹੋਈ ਨਹੀਂ ਹੈ, ਤਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਹਲਕੀ ਹੈ, ਇਹਦਾ ਮਤਲਬ ਇਹਦਾ ਕੋਈ ਮੁੱਲ ਨਹੀਂ ਜਾਂ ਇਹ ਵਿਅਰਥ ਹੈ। ਹੁਣ ਹਾਂਜੀ ਵਿਅਰਥ ਹੈ। ਜਿਵੇਂ ਮਹਾਕਾਲ ਦੀ ਗੱਲ ਕਰਦੇ ਆ, 10 ਗੁਰਾਂ ਚ ਬੜੀ ਵਾਰੀਆਂ ਮਹਾਕਾਲ ਕਾਲ ਕਾ ਅਰਾਧੀ ਤੈ ਹਮ ਅਦੈਤ ਤਪੱਸਿਆ ਸਾਧੀ, ਜਿਹੜਾ ਤੁਹਾਡਾ ਅੱਜ ਦਾ ਵਿਸ਼ਾ ਸੀਗਾ ਬਾਹਰ, ਜਿਹੜੀ ਇੱਥੇ ਗੱਲ ਕਰਨੀ ਇਹਨੇ ਕਿ ਤੈ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ, ਉਹਦੇ ਵਿੱਚ ਇੱਕ ਬਹੁਤ ਵੱਡਾ ਪਲਟਾ ਖਾਣਾ ਇਹਨੇ ਤੇ ਟਪਲਾ ਖਾ ਜਾਣਾ ਜਿਹਨੂੰ ਕਹਿੰਦੇ ਆ। ਇਹ ਬੰਦੇ ਦੋਨਾਂ ਨੂੰ ਇਸ ਗੱਲ ਦਾ ਪਤਾ ਨਹੀਂ। ਚਲੋ ਖੈਰ ਰਾਣੇ ਦੀ ਤਾਂ ਆਪਾਂ ਗੱਲ ਕਰਦੇ ਨਹੀਂ ਕਿਉਂਕਿ ਰਾਣਾ ਤਾਂ ਹਜੇ ਸਿੱਖ ਰਿਹਾ ਆ। ਉਹ ਕਹਿੰਦਾ ਮੈਂ ਉਹ ਬੰਦੇ ਦੀ ਤਾਂ ਹਜੇ ਜ਼ਬਾਨੀ ਇਹ ਹੈਗੀ ਆ ਕਿ ਉਹਨੇ ਬੰਦੇ ਨੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹਿਆ ਆ, ਨਾ ਬੰਦਾ ਉਹ ਨਿਤਨੇਮ ਕਰਦਾ ਆ। ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਪੜ੍ਹਿਆ ਉਹ ਦਸਮ ਗ੍ਰੰਥ ਤੇ ਕਸਵੱਟੀ ਲਾ ਕਿਵੇਂ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੋਚ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿ ਰਹੇ ਆ, ਉਹਨੂੰ ਕੀ ਪਤਾ ਆ ਕਿ ਉਹ ਕੀ ਕਹਿ ਰਿਹਾ ਜਦੋਂ ਪੜ੍ਹਿਆ ਹੀ ਨਹੀਂ? ਤੇ ਉਹ ਦਸਮ ਗ੍ਰੰਥ ਤੇ ਕਿਵੇਂ ਕਹਿ ਸਕਦਾ ਵੀ ਇਹ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਿਸਾਬ ਨਾਲ ਸਹੀ ਨਹੀਂ ਲਿਖਿਆ ਹੋਇਆ? ਉਹ ਇਹ ਗੱਲ ਦਾ ਦਾਅਵਾ ਹੀ ਨਹੀਂ ਕਰ ਸਕਦਾ। ਇਸ ਕਰਕੇ ਰਾਣੇ ਦਾ ਤੇ ਦਾਅਵਾ ਹੀ ਨਹੀਂ ਬਣਦਾ ਪਹਿਲੀ ਗੱਲ, ਕਿਉਂਕਿ ਉਹਨੂੰ ਪਹਿਲਾ ਸਟੈਪ ਉਹਦਾ ਇਹ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹੇ। ਦੂਜਾ ਸਟੈਪ ਉਹਦਾ ਇਹ ਆ ਕਿ ਉਹ ਇਹ ਗੱਲ ਅਜੇ ਤਾਂ ਉਹਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਨਿਤਨੇਮ ਕਰਨਾ ਜ਼ਰੂਰੀ ਹੈ ਜਾਂ ਨਹੀਂ ਹੈ। ਉਹਨੂੰ ਇਹ ਵੀ ਨਹੀਂ ਪਤਾ ਹਜੇ ਤਾਂ ਉਹ ਇਸ ਗੱਲ ਤੇ ਹੀ ਅੜਿਆ, ਕਹਿੰਦਾ ਵੀ ਨਹੀਂ ਜੀ ਨਿਤਨੇਮ ਕਰਨਾ, ਸਾਰੀ ਬਾਣੀ ਨਿਤਨੇਮ ਹੀ ਹੁੰਦੀ ਆ। ਠੀਕ ਆ, ਬਾਣੀ ਨਿਤਨੇਮ ਹੁੰਦੀ ਆ, ਪਰ ਜਿਹੜਾ ਨਿਤਨੇਮ ਜਿਹੜਾ ਸਾਨੂੰ 5 ਬਾਣੀਆਂ ਦਾ ਨਿਤਨੇਮ ਜਾਂ ਮਤਲਬ ਅਕਾਲ ਤਖਤ ਸਾਹਿਬ ਤੋਂ ਹੀ ਮੰਨ ਲਓ ਵੀ 3 ਬਾਣੀਆਂ ਦਾ ਨਿਤਨੇਮ ਜਾਂ ਤੇਰਾ ਜਿਉਣ ਵਾਲਾ ਜਿਹੜਾ ਕਹਿੰਦਾ ਆ ਵੀ ਨਿਤਨੇਮ ਉਹੀ ਕਰਨਾ ਕਹਿ ਲਾ, ਅਜੇ ਤਾਂ ਉਹਨੂੰ ਇਹ ਗੱਲਾਂ ਦਾ ਹੀ ਨਹੀਂ ਪਤਾ ਹੈਗਾ। ਇਹਦੇ ਨਾਲ ਤੇ ਦਸਮ ਗ੍ਰੰਥ ਦੀ ਡਿਬੇਟ ਸਾਡੀ ਬਣਦੀ ਹੋਈ ਨਹੀਂ। ਗੱਲ ਤਾਂ ਅੱਜ ਕਰਨੀ ਹੈ ਜਿਹੜਾ ਜਿਉਣ ਵਾਲਾ ਬੋਲ ਕੇ ਗਿਆ ਆ, ਜਿਹੜਾ 20 ਸਾਲ ਦਾ ਤਜਰਬਾ ਚੱਕੀ ਫਿਰਦਾ ਰਾਣਾ ਕਹਿੰਦਾ ਉਹਦੇ ਪੱਲੇ ਕੀ ਆ, ਉਹ ਸੁਣਨ ਵਾਲੀ ਗੱਲ ਆ। ਗੁਰੂ ਗ੍ਰੰਥ ਸਾਹਿਬ ਤਪੱਸਿਆ ਨੂੰ, ਜਪਾਂ ਨੂੰ, ਤਪਾਂ ਨੂੰ ਕੰਡੈਮ ਕਰਦੇ ਆ, ਤਾਂ ਫਿਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ, ਪਹਿਲੀ ਗੱਲ ਤਾਂ ਉਸ ਵੇਲੇ ਉਹਨਾਂ ਨੂੰ ਦੁਸ਼ਟ ਦਮਨ ਹੈ, ਦੁਸ਼ਟ ਦਮਨ, ਹਾਂ ਦੁਸ਼ਟ ਦਮਨ ਹੈ। ਤੇ ਉਹਦੇ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਉਹਦੇ ਨਾਲ ਸਿੱਖ ਸਿਧਾਂਤ ਦਾ, ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਨਿਰਮਲ ਪੰਥ ਦਾ ਕੋਈ ਸੰਬੰਧ ਨਹੀਂ ਹੈ। ਪਿਛਲੇ ਜਨਮ ਦੀਆਂ ਤੇ ਅਗਲੇ ਜਨਮ ਦੀਆਂ ਗੁਰਬਾਣੀ ਗੱਲਾਂ ਨਹੀਂ ਕਰਦੀ, ਉਹ ਵੀ ਆਪਾਂ ਸਾਂਝੀਆਂ ਕਰਾਂਗੇ। ਪਹਿਲਾਂ ਆਪਾਂ ਗੱਲ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਕਾਲ ਵਰਤਿਆ ਗਿਆ ਤੇ ਕਿਸ ਸੰਦਰਭ ਵਿੱਚ ਵਰਤਿਆ ਗਿਆ। ਮੇਰੇ ਖਿਆਲ 885 ਪੰਨੇ ਤੇ ਤੁਸੀਂ ਦੱਸਿਆ, ਮੈਂ ਤਾਂ ਘਰੋਂ ਬਾਹਰ। ਹਾਂਜੀ 885 ਪੰਨੇ ਤੇ ਹੈ ਜੀ ਗੁਰੂ ਗ੍ਰੰਥ ਸਾਹਿਬ ਤੇ ਰਾਮਕਲੀ ਮਹਲਾ 5ਵਾਂ ਜੀ। ਹਾਂਜੀ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਫਿਰ ਨਾ ਖਾਈ ਮਹਾਕਾਲ। ਬਿਲਕੁਲ, ਰਾਮ ਨਾਮ ਸਿਮਰ ਤੂੰ ਜੀਵੈ। ਦੇਖੋ ਜਦ ਤੱਕ ਤੁਸੀਂ ਰਾਮ ਨਾਮ ਸਿਮਰ ਤੂੰ ਜੀਵੈ, ਵੀ ਤੂੰ ਤਾਂ ਜੀਣਾ ਆ ਜੇ ਤੂੰ ਰਾਮ ਨਾਮ ਸਿਮਰਦਾ ਆ। ਫੇਰ ਨਾ ਖਾਈ ਮਹਾਕਾਲ, ਏਦਾਂ ਹੈਗਾ ਆ। ਧਿਆਨ ਨਾਲ ਇਹਨੂੰ ਪੜਿਆ ਕਰੋ ਪਹਿਲਾਂ, ਅੱਧੀਆਂ ਤੁਸੀਂ ਗੱਲਾਂ ਖਾ ਜਾਂਦੇ ਆ, ਫਿਰ ਅਰਥ ਤੇ ਤੁਹਾਡੇ ਕੋਲ ਵਿਗੜਨਾ ਹੀ ਆ। ਹੁਣ ਹਾਂਜੀ, ਇਹਦਾ ਮਤਲਬ ਹੈ ਵੀ ਮਹਾਕਾਲ ਕੋਈ ਜਪ ਗੋਬਿੰਦ ਗੋਪਾਲ ਲਾਲ ਨਹੀਂ ਹੈਗਾ। ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਫਿਰ ਨਾ ਖਾਈ ਮਹਾਕਾਲ। ਰਾਮ ਨਾਮ ਸਿਮਰ ਤੂੰ ਫਿਰ ਨਾ ਖਾਈ, ਜੀਵੈ ਵਿੱਚੋਂ ਹੀ ਖਾ ਜਾਂਦੇ ਇਹ। ਤੇ ਜਿਹੜਾ ਨਾਲ ਪ੍ਰੋਗਰਾਮ ਕਾਂਡਿਆ ਉਹ ਵੀ ਨਹੀਂ ਦੱਸ ਰਿਹਾ ਵੀ ਉਹ ਅੱਗੇ ਲਿਖਿਆ ਆ, ਇੱਥੇ ਲਿਖਿਆ ਵੀ ਆ ਕਿ ਰਾਮ ਨਾਮ ਸਿਮਰ ਤੂੰ ਜੀਵੈ ਫੇਰ ਨਾ ਖਾਈ ਮਹਾਕਾਲ। ਉਹ ਵੀ ਨਹੀਂ ਦੱਸ ਰਿਹਾ ਵੀ ਭਰਾਵਾ ਆਹ ਗੱਲ ਲਿਖੀ ਉਹ ਵੀ ਥੋੜੀ ਜਿਹੀ ਮੈਂ ਤੈਨੂੰ ਸਹੀ ਕਰਾ ਦਿਆਂ ਜੇ ਅਗਲੇ ਨੇ ਦੇਖੀ ਨਹੀਂ। ਅਗਲਾ ਕਿਤੇ ਕਹਿੰਦਾ ਮੈਂ ਟਰੱਕ ਤੇ ਬੈਠਾ ਆ, ਮੈਂ ਨਹੀਂ ਵੇਖਿਆ। ਅੱਧੀ ਤੁਸੀਂ ਗੱਲ ਹੀ ਖਾ ਜਾਂਦੇ ਆ।
ਸਵਾਹ ਕਰ ਲਏ ਤੁਸੀਂ ਅਰਥ। ਮੈਂ ਸੱਚ ਨਾਲ ਜੁੜ ਗਿਆ ਤੇ ਝੂਠ ਤੈਨੂੰ ਕੁਝ ਵੀ ਨਹੀਂ ਵਿਗਾੜ ਸਕਦਾ, ਤੇਰਾ ਵਿਗਾੜ ਇਹ ਆਤਮਿਕ ਮੌਤੇ ਮਰਨ ਦੀ ਗੱਲ ਹੈ। ਸਰੀਰਕ ਤੌਰ ਤੇ ਹਰ ਬੰਦੇ ਨੇ ਮਰ ਜਾਣਾ ਹੈ। ਗੁਰੂ ਨਾਨਕ ਸਾਹਿਬ ਵੀ ਜਿਹੜਾ ਇਹਨੂੰ ਸਮਝ ਨਹੀਂ ਆਈ ਵੀ ਇੱਥੇ ਮਹਾਕਾਲ ਦੇ ਅਰਥ ਕੀ ਕਰਾਂ, ਇੱਥੇ ਮਹਾਕਾਲ ਦੇ ਅਰਥ ਕੀ ਕਰਾਂ। ਇਹ ਗਵਾਚਾ ਫੇਂਡਿਆ ਇੱਥੇ ਹਜੇ, ਹਨਾ। ਮਤਲਬ ਉਦਾਂ ਹੀ ਜਿਵੇਂ ਜਿਵੇਂ ਗੱਲ ਚੱਲਦੀ ਆ ਉਹਦੇ ਮਹਾਕਾਲ ਦਾ ਜਿਹੜਾ ਅਰਥ ਆ ਇਹਨੇ ਕੋਈ ਮਹਾਕਾਲ ਦਾ ਅਰਥ ਨਹੀਂ ਕੀਤਾ ਇੱਥੇ, ਠੀਕ ਹੈ। ਇਹ ਮੌਤ ਨੂੰ ਕਹੀ ਜਾਂਦਾ ਕਿ ਮੌਤ ਹੈ, ਤੇ ਮੈਂ ਵੀ ਮੌਤ ਕਹੀ ਆ। ਜਿਹੜੀ ਕਾਲ ਹੁੰਦਾ ਮੌਤ, ਤੇ ਕਾਲ ਤੋਂ ਵੱਡਾ ਜਿਹੜਾ ਹੋ ਗਿਆ ਮਹਾਕਾਲ, ਮਹਾ ਦਾ ਹੁੰਦਾ ਵੱਡਾ। ਅੱਛਾ, ਹੁਣ ਇਹਨੂੰ ਇਹ ਨਹੀਂ ਪਤਾ ਲੱਗਣ ਡਿਆ ਵੀ ਇਹਨੂੰ ਮੈਂ ਜੇ ਮੌਤ ਕਹਿੰਦਾ ਆ, ਜਿਵੇਂ ਰਾਣੇ ਨੂੰ ਨਹੀਂ ਪਤਾ ਲੱਗਾ, ਰਾਣਾ ਵੀ ਫਸ ਗਿਆ ਕਸੂਤਾ। ਅੱਛਾ, ਹੋਇਆ ਕੀ ਕਿ ਰਾਣੇ ਨੇ ਜਦੋਂ ਪ੍ਰੋਗਰਾਮ ਕੀਤਾ ਤੇ ਮੈਨੂੰ ਕਹਿੰਦਾ ਵੀ ਤੇਰੇ ਮਹਾਕਾਲ ਦਾ ਧੂੰਆਂ ਕੱਢਤਾ, ਇਦਾਂ ਕਰਕੇ ਕੁਛ ਮੈਨੂੰ ਲਿਖਿਆ, ਮੈਨੂੰ ਵਰਡ ਯਾਦ ਨਹੀਂ ਹੈਗੇ ਜਿਹੜੇ ਇਹਨੇ ਮੈਨੂੰ WhatsApp ਤੇ ਭੇਜੇ। ਤੇ ਮੈਂ ਕਿਹਾ ਵੀ ਮੈਂ ਤੇਰਾ ਪ੍ਰੋਗਰਾਮ ਤਾਂ ਸੁਣਿਆ, ਪਰ ਮਹਾਕਾਲ ਤੁਹਾਡੇ ਕੋਲ ਸੱਟੀ ਨਹੀਂ ਆ ਸਕਿਆ ਦੋਨਾਂ ਜਾਣਿਆਂ ਕੋਲ ਕਿ ਮਹਾਕਾਲ ਦਾ ਅਰਥ ਕੀ ਹੈਗਾ। ਵੀ ਮੈਂ ਤੁਹਾਡੇ ਤੇ ਪ੍ਰੋਗਰਾਮ ਕਰਨਾ ਆ ਤੇ ਮੈਨੂੰ ਤੁਸੀਂ ਕਿਰਪਾ ਕਰਕੇ ਮਹਾਕਾਲ ਦੇ ਸਪਸ਼ਟ ਜਿਹੇ ਅਰਥ ਲੈ ਕੇ ਭੇਜੋ ਵੀ ਕੀ ਹੈਗੇ ਆ, ਤੁਸੀਂ ਕੀ ਉਹਦਾ ਅਰਥ ਕੀ ਕੱਢਿਆ ਮਹਾਕਾਲ ਦਾ। ਤਾਂ ਮੈਨੂੰ WhatsApp ਤੇ ਮੈਸੇਜ ਕਰਦਾ ਆ, ਕਹਿੰਦਾ ਇਹ ਮਹਾਕਾਲ ਬ੍ਰਾਹਮਣਾਂ ਦਾ ਦੇਵਤਾ ਆ। ਅੱਛਾ, ਫਿਰ ਮੈਂ ਇਸ ਕਰਕੇ ਇਹਦੀ ਫਿਰ Facebook ਤੇ ਗਿਆ, ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਮੈਂ ਇਹਦੇ ਕੋਮੈਂਟ ਕੀਤਾ ਉੱਥੇ, ਤੇ ਉੱਥੇ ਮੈਂ ਕਰਕੇ ਇਹਨੂੰ ਪੁੱਛਿਆ, ਉੱਥੇ ਤੇ ਮੈਂ ਥੋੜਾ ਜਿਹਾ ਬਰੀਫਲੀ ਲਿਖਿਆ ਕਿ ਮਹਾਕਾਲ ਇੱਕ ਮੌਤ ਆ ਜਾਂ ਮਹਾਕਾਲ ਸ਼ਕਤੀ ਆ ਜਾਂ ਮਹਾਕਾਲ ਹੈ ਕੌਣ ਆ। ਵੀ ਉਹ ਤੇ ਤੁਸੀਂ ਅਰਥ ਚੰਗੀ ਤਰ੍ਹਾਂ ਕੀਤੇ ਨਹੀਂ ਗਏ ਵੀ ਹੈ ਕੌਣ ਆ ਉਹ। ਉੱਥੇ ਰਾਣਾ ਜਵਾਬ ਇਹ ਦਿੰਦਾ ਹੈ ਕਿ ਮੌਤ ਦਾ ਜਿਹੜਾ ਡਰ ਹੁੰਦਾ ਆ ਉਹ ਹੈਗਾ ਮਹਾਕਾਲ। ਠੀਕ ਹੈ ਜੀ, ਜਿਹੜਾ ਮੌਤ ਦਾ ਡਰ ਹੈ ਉਹ ਮਹਾਕਾਲ ਹੈ। ਵੈਸੇ ਤੇ ਕਾਲ ਜਿਹੜਾ ਹੁੰਦਾ ਉਹੀ ਮੌਤ ਹੁੰਦੀ ਆ, ਕਾਲ ਮੌਤ ਹੁੰਦੀ ਆ, ਉੱਥੇ ਹੀ ਖਤਮ ਹੋ ਜਾਂਦੀ ਗੱਲ। ਫਿਰ ਮੌਤ ਦਾ ਨਾਲ ਡਰ ਬਣਾ ਲਿਆ ਇਹਨਾਂ ਨੇ, ਠੀਕ ਆ। ਇੱਕ ਮੌਤ ਹੁੰਦੀ ਜਿਹੜੀ ਮੌਤ ਆ ਜਾਂਦੀ, ਇੱਕ ਹੁੰਦੀ ਮੌਤ ਦਾ ਡਰ। ਇੱਕ ਡਰ ਹੁੰਦਾ ਵੱਖਰਾ, ਠੀਕ ਹੈ। ਡਰ ਕਈਆਂ ਚੀਜ਼ਾਂ ਦਾ ਹੁੰਦਾ, ਡਰ ਕਿਸੇ ਨੂੰ ਚਪੇੜਾਂ ਦਾ ਵੀ ਹੁੰਦਾ, ਡਰ ਕਿਸੇ ਨੂੰ ਜੁੱਤੀਆਂ ਦਾ ਵੀ ਹੁੰਦਾ, ਡਰ ਕਿਸੇ ਨੂੰ ਕਮਲੀਆਂ ਮਾਰਨ ਤੋਂ ਬਾਅਦ ਬੇਇੱਜ਼ਤੀ ਕਰਾਉਣ ਦਾ ਵੀ ਹੁੰਦਾ। ਇਹ ਇਸ ਤਰੀਕੇ ਨਾਲ ਜਦੋਂ ਆਪਾਂ ਗੱਲ ਨੂੰ ਦੇਖਦੇ ਆ, ਉਹ ਕਹਿੰਦਾ ਮੌਤ ਦਾ ਡਰ ਆ। ਅੱਛਾ, ਹੁਣ ਜਿਹੜਾ WhatsApp ਤੇ ਭੇਜ ਰਿਹਾ ਉਹ ਬ੍ਰਾਹਮਣਾਂ ਦਾ ਦੇਵਤਾ ਆ, ਮਤਲਬ ਫਿਰ ਜੇ ਤਾਂ ਆਪਾਂ ਬ੍ਰਾਹਮਣਾਂ ਦਾ ਦੇਵਤਾ ਮੰਨ ਲਈਏ, ਫਿਰ ਜਿਹੜੀ ਇੱਥੇ ਗੱਲ ਆਉਂਦੀ ਆ ਕਿ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਹੀ ਮਹਾਕਾਲ। ਫਿਰ ਇਹਦਾ ਮਤਲਬ ਆ ਵੀ ਜੇ ਤੇ ਤੂੰ ਰਾਮ ਨਾਮ ਨੂੰ ਸਿਮਰ ਲੈਣਾ ਆ, ਜੇ ਤਾਂ ਰਾਮ ਨਾਮ ਨੂੰ ਸਿਮਰ ਲੈਣਾ ਤਾਂ ਠੀਕ ਆ, ਤੇ ਜੇ ਨਹੀਂ ਸਿਮਰਦਾ ਤੇ ਤੈਨੂੰ ਫਿਰ ਬ੍ਰਾਹਮਣਾਂ ਦਾ ਦੇਵਤਾ ਖਾ ਜਾਊਗਾ। ਕਮਾਲ ਦੀ ਗੱਲ ਆ ਤੁਹਾਡੀ ਜਿਉਣ ਵਾਲਾ ਸਾਹਿਬ। ਥੋੜਾ ਅਕਲ ਨੂੰ ਹੱਥ ਮਾਰੋ ਵੀ ਪ੍ਰਮਾਤਮਾ ਤੁਹਾਨੂੰ ਡਰਾਉਣ ਡਿਆ ਆ ਕਿ ਤੁਸੀਂ ਯਾਰ ਬੰਦੇ ਬਣ ਜਾਓ, ਨਹੀਂ ਤਾਂ ਤੁਹਾਨੂੰ ਬ੍ਰਾਹਮਣਾਂ ਦਾ ਦੇਵਤਾ ਖਾ ਜਾਊਗਾ। ਅੱਛਾ, ਜੇ ਤਾਂ ਹੁਣ ਜੇ ਇਹਨੂੰ ਕਹਿੰਦੇ ਆ ਉੱਥੇ ਜਦੋਂ ਦਸਮ ਗ੍ਰੰਥ ਦੀ ਗੱਲ ਹੁੰਦੀ ਆ, ਕਹਿੰਦੇ ਉੱਥੇ ਮਹਾਕਾਲ ਦਾ ਅਰਥ ਕਰਦੇ ਆ ਰਾਣੇ ਹੁਣੀ, ਰਾਣਾ ਤੇ ਜਿਉਣ ਵਾਲਾ ਕਰਦੇ ਆ ਸ਼ਿਵ ਜੀ। ਅੱਛਾ, ਤੇ ਜੇ ਸ਼ਿਵ ਜੀ ਉੱਥੇ ਅਰਥ ਆ, ਤੇ ਫਿਰ ਇੱਥੇ ਜਿਹੜਾ ਆ ਗਿਆ ਕਿ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਹੀ ਮਹਾਕਾਲ, ਇਹਦਾ ਮਤਲਬ ਤੇ ਹੋਇਆ ਵੀ ਤੁਹਾਨੂੰ ਸ਼ਿਵ ਜੀ ਖਾ ਜਾਊਗਾ। ਫਿਰ ਕਮਲੀਆਂ ਮਾਰ ਇਹਨਾਂ ਕੋਲੋਂ ਮਹਾਕਾਲ ਵਿਗੜ ਗਿਆ। ਇਹਨਾਂ ਕੋਲੋਂ ਹੁਣ ਮਹਾਕਾਲ ਸੈੱਟ ਕਿੱਦਾਂ ਲਿਆਉਣਾ, ਵਿਗਾੜ ਲਿਆ ਕੰਮ ਬਾਹਲਾ ਜ਼ਿਆਦਾ ਜਿਉਣ ਵਾਲਾ ਜੀ, ਵਿਗੜ ਗਿਆ, ਹੱਥੋਂ ਨਿਕਲ ਗਿਆ ਮਹਾਕਾਲ। ਹੁਣ ਭਾਰੀ ਪੈ ਗਿਆ ਮਹਾਕਾਲ ਤੁਹਾਨੂੰ, ਕਿਉਂਕਿ ਤੁਸੀਂ ਟਪਲਾ ਹੀ ਏਡਾ ਭੈੜਾ ਖਾ ਲਿਆ। ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਵੀ ਥੋੜਾ ਬਾਲਾ ਵੀ ਗਾਂਹ ਪਿਛਾਂ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਹਾਡੇ ਕੋਲੋਂ ਸੈੱਟ ਨਹੀਂ ਪੈਣਾ। ਹੁਣ ਮਹਾਕਾਲ ਜੇ ਤਾਂ ਇੱਥੇ ਅਰਥ ਕਰਦੇ ਆ ਸ਼ਿਵ ਜੀ, ਇਹਦਾ ਮਤਲਬ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਿਹਾ ਕਿ ਸ਼ਿਵ ਜੀ ਤੁਹਾਨੂੰ ਖਾ ਜਾਊਗਾ ਜੇ ਤੁਸੀਂ ਗੋਬਿੰਦ ਗੋਪਾਲ ਲਾਲ ਨਹੀਂ ਮੰਨਦੇ। ਅੱਛਾ, ਜੇ ਸ਼ਿਵ ਜੀ ਖਾ ਜਾਊਗਾ, ਜੇ ਸ਼ਿਵ ਜੀ ਆ, ਤਾਂ ਫਿਰ ਇਹ ਪਹਿਲੀ ਤਾਂ ਗੱਲ ਇਹ ਮੰਨਣ ਕਿ ਗੁਰਬਾਣੀ ਦੇ ਵਿੱਚ ਜਿਹੜਾ ਸ਼ਿਵ ਜੀ ਆਉਂਦਾ ਉਹ ਇਤਿਹਾਸ ਆ, ਮਿਥਿਹਾਸ ਨਹੀਂ ਆ। ਪਹਿਲਾਂ ਤੇ ਇਹ ਗੱਲ ਤੇ ਕਲੀਅਰ ਕਰਨ, ਇਹ ਗੱਲ ਕਲੀਅਰ ਕਰਨ। ਇਹ ਸਵਾਲ ਆ ਮੇਰਾ ਜਿਉਣ ਵਾਲੇ ਨੂੰ ਕਿ ਜਿਹੜੇ ਇਹ ਰਾਮ ਕ੍ਰਿਸ਼ਨ ਸ਼ਿਵ ਜੀ ਇੰਦਰ ਦੇਵਤਾ ਜਾਂ ਜਿੰਨੇ ਹੋਏ ਰਾਵਣ ਵਰਗੇ ਜਿਹੜੇ ਵੀ ਹੋਏ ਆ, ਇਹ ਮੇਰਾ ਸਵਾਲ ਆ, ਪਹਿਲਾਂ ਇਹਨਾਂ ਨੂੰ ਕਲੀਅਰ ਕਰ ਦੇਣ ਇਹ ਕਿ ਉਹ ਮਿਥਿਹਾਸ ਆ ਕਿ ਇਤਿਹਾਸ ਆ, ਉਹ ਹੋਏ ਆ ਕਿ ਨਹੀਂ ਹੋਏ। ਉਹਨਾਂ ਦੀਆਂ ਕਹਾਣੀਆਂ ਜਿਵੇਂ ਉਹ ਪੰਥਪ੍ਰੀਤ ਕਹਿੰਦਾ ਹੈ ਨਾ, ਉਹ ਪ੍ਰਚਾਰਤ ਉਦੋਂ ਪ੍ਰਚਲਿਤ ਸੀਗੀਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਵਰਤ ਲੀਆਂ। ਤੇ ਜਦੋਂ ਮੈਂ ਕਿਹਾ ਵੀ ਅੱਛਾ ਠੀਕ ਹੈ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਵਰਤ ਲੀਆਂ ਪ੍ਰਚਲਿਤ ਕਹਾਣੀਆਂ, ਤੇ ਫਿਰ ਉਸ ਤਰੀਕੇ ਦੇ ਨਾਲ ਤਾਂ
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਵਰਤ ਲਈਆਂ, ਠੀਕ ਆ ਫਿਰ ਤਾਂ, ਤੇ ਫਿਰ ਵੀ ਭੱਜ ਗਿਆ। ਸੋ ਉਹ ਗੱਲ ਸੇਮ ਆ, ਜਾਂ ਜੇ ਤੇ ਮਿਥਿਹਾਸ ਆ ਤਾਂ ਵੀ ਦੱਸੋ, ਤੇ ਜੇ ਇਤਿਹਾਸ ਆ ਤਾਂ ਵੀ ਦੱਸੋ। ਇਹ ਇੱਕ ਤਾਂ ਗੱਲ ਕਲੀਅਰ ਕਰ ਲਓ, ਇਹ ਇੱਕ ਨੰਬਰ ਨੋਟ ਰਾਣੇ ਨੂੰ ਮੈਂ ਕਹਿੰਦਾ, ਰਾਣੇ ਵੀਰ, ਜਾਂ ਤਾਂ ਤੂੰ ਮਿਥਿਹਾਸ ਜਾਂ ਇਤਿਹਾਸ ਜਿਹੜੀ ਵੀ ਗੱਲ ਆ ਉਹਨੂੰ ਕਲੀਅਰ ਕਰਕੇ ਮਿਥਿਹਾਸ ਆ ਕਿ ਇਤਿਹਾਸ ਆ, ਤੇ ਇਹ ਗੱਲ ਚੰਗੀ ਤਰ੍ਹਾਂ ਕਲੀਅਰ ਕਰਕੇ ਜਿਉਣ ਵਾਲੇ ਤੋਂ ਤਾਂ ਗੱਲ ਕਰੀ, ਕਿਉਂਕਿ ਤੇਰਾ ਜਿਹੜਾ ਵੀ ਲਫ਼ਜ਼ ਆ ਉਹ ਜਿਉਣ ਵਾਲੇ ਦੇ ਮੂੰਹ 'ਚ ਪਾਉਣਾ ਸੀ। ਅੱਛਾ, ਜੇ ਤਾਂ ਹੁਣ ਮਹਾਂਕਾਲ ਇੱਥੇ ਬ੍ਰਾਹਮਣਾਂ ਦਾ ਦੇਵਤਾ ਹੈ ਤਾਂ ਵੀ ਪਰਮਾਤਮਾ ਤੁਹਾਨੂੰ ਡਰਾਉਂਦਾ ਜੇ, ਇਹ ਗੱਲ ਚੇਤਾ ਰੱਖਿਓ। ਗੁਰੂ ਗ੍ਰੰਥ ਸਾਹਿਬ ਦੇ ਤਰੀਕੇ ਦੇ ਨਾਲ, ਜਿਉਣ ਵਾਲੇ ਦੇ ਤਰੀਕੇ ਨਾਲ ਜਿਹੜੇ ਅਰਥ ਆ ਉਹ ਇਹ ਆ ਕਿ ਪ੍ਰਮਾਤਮਾ ਤੁਹਾਨੂੰ ਡਰਾ ਰਿਹਾ ਬ੍ਰਾਹਮਣਾਂ ਦੇ ਦੇਵ ਤੋਂ, ਪ੍ਰਮਾਤਮਾ ਤੁਹਾਨੂੰ ਡਰਾ ਰਿਹਾ ਆ ਸ਼ਿਵ ਜੀ ਤੋਂ, ਤੇ ਫਿਰ ਪ੍ਰਮਾਤਮਾ ਤੁਹਾਨੂੰ ਸ਼ਿਵ ਜੀ ਤੋਂ ਡਰਾ ਰਿਹਾ, ਤੇ ਫਿਰ ਸ਼ਿਵ ਜੀ ਵੱਡਾ ਹੋਇਆ ਜਿੱਤੋਂ ਪ੍ਰਮਾਤਮਾ ਹੀ ਤੁਹਾਨੂੰ ਡਰਾਈ ਜਾ ਰਿਹਾ ਹੈ, ਫਿਰ ਤਾਂ ਸ਼ਿਵ ਜੀ ਵੱਡਾ, ਫਿਰ ਤਾਂ ਸ਼ਿਵ ਜੀ ਨੂੰ ਧਿਆਨ ਲੈਣਾ ਚਾਹੀਦਾ ਜਿਉਣ ਵਾਲੇ ਦੀ ਤੁਹਾਨੂੰ। ਫਿਰ ਉਸ ਰੱਬ ਨੂੰ ਧਿਆਉਣਾ ਹੀ ਕਿਉਂ ਜਿਹੜਾ ਤੁਹਾਨੂੰ ਖੁਦ ਡਰਾਈ ਜਾ ਰਿਹਾ। ਹੁਣ ਗੱਲ ਮੁੱਕਦੀ ਤਾਂ ਇਹ ਹੈਗੀ ਆ ਵੀ ਗੱਲ ਹੈ ਕੀ ਆ ਇਹ। ਹੁਣ ਜੇ ਆਪਾਂ ਕਹਿੰਦੇ ਆਮ ਤੌਰ ਤੇ ਕਿ ਸਤਿਗੁਰ ਮੇਰਾ ਮਾਰ ਜਿਵਾਲਾ, ਹੁਣ ਜੇ ਸਤਿਗੁਰ ਮੇਰਾ ਮਾਰਦਾ ਵੀ ਤੇ ਜਿਉਣ ਵਾਲਾ ਵੀ, ਜੇ ਜਨਮ ਦੇਣ ਵਾਲਾ ਵੀ ਆ ਤੇ ਮਾਰਨ ਵਾਲਾ ਵੀ ਉਹ ਆ, ਜੇ ਕਾਲ ਉਹ ਆ, ਮੌਤ ਉਹ ਆ, ਤੇ ਫਿਰ ਜਨਮ ਮ੍ਰਿਤਿੂ ਉਹ ਆ, ਤੇ ਜਨਮ ਦੇਣ ਵਾਲਾ ਵੀ ਉਹੀ ਆ ਨਾ। ਦੋਨਾਂ ਸਿਰਿਆਂ ਕਾ ਆਪ ਸਵਾਮੀ, ਖੇਲੇ ਬਿਕਸੇ ਅੰਤਰਜਾਮੀ, ਉਹ ਦੋਨਾਂ ਪਾਸਿਆਂ ਦਾ ਜਨਮ ਵੀ ਉਹੀ ਦਿੰਦਾ ਤੇ ਮਾਰਦਾ ਵੀ ਉਹੀ ਆ, ਕਾਲ ਵੀ ਉਹੀ ਆ ਤੇ ਮਾਂ ਕਾਲ ਵੀ ਉਹੀ ਆ। ਇਹ ਗੱਲ ਨੂੰ ਸਮਝਣਾ ਪੈਣਾ ਪਹਿਲਾਂ ਤੁਹਾਨੂੰ। ਅਕਲ ਦੇ ਦਰਵਾਜ਼ੇ ਤੁਸੀਂ ਬੰਦ ਕਰ ਲਿਆ, ਜਿਉਂ ਢੁੱਡਾ ਮਾਰ ਕੇ ਲੱਗਦੇ ਹੋ ਤੁਸੀਂ, ਖਲਾਰਾ ਪਾ ਕੇ ਬਹਿ ਜਾਂਦੇ ਹੋ ਸਾਰੀਆਂ ਗੱਲਾਂ ਦਾ। ਹੁਣ ਮਹਾਂਕਾਲ ਤੁਹਾਡੇ ਤੋਂ ਸੈੱਟ ਨਹੀਂ ਆਉਣ ਡਿਆ, ਇਹਦਾ ਮਹਾਂਕਾਲ ਦਾ ਪਹਿਲਾਂ ਚੰਗੀ ਤਰ੍ਹਾਂ ਸਾਨੂੰ ਇਹਦਾ ਜਵਾਬ ਦਿਓ ਵੀ ਮਹਾਂਕਾਲ ਸ਼ਿਵ ਜੀ ਆ, ਮਹਾਂਕਾਲ ਦੇਵਤਾ ਆ, ਮਹਾਂਕਾਲ ਬ੍ਰਾਹਮਣਾਂ ਦਾ ਦੇਵਤਾ ਆ, ਮਹਾਂਕਾਲ ਕਾਲ ਆ, ਮੌਤ ਆ, ਜੋ ਵੀ ਹੈਗਾ ਇੱਕ ਅਰਥ ਕਰਕੇ ਦੱਸੋ ਤੇ ਇੱਕ ਬਿਆਨ ਦਿਓ। ਇਹ ਨਹੀਂ ਵੀ WhatsApp ਤੇ ਕੁਝ ਹੋਰ ਤੇ Facebook ਤੇ ਕੁਝ ਹੋਰ ਤੇ ਪ੍ਰੋਗਰਾਮ 'ਚ ਕੁਝ ਹੋਰ, ਐ ਨਹੀਂ ਗੱਲ ਬਣਨੀ। ਹੁਣ ਤੇ ਜਿਉਣ ਵਾਲਾ ਜੀ ਅੱਗੇ ਤੁਹਾਡਾ ਹੋਰ ਅਰਾਧੀ ਵਾਲਾ ਵੀ ਲੱਗਾ ਕਰਨ, ਉਹ ਵੀ ਸੁਣਿਓ। ਜਿੱਡੀ ਤਗੜੀ ਅਰਾਧੀ ਦੀ ਜਬਲੀ ਤੁਸੀਂ ਮਾਰੀ ਹੈ, ਤੁਸੀਂ ਕਹਿੰਦੇ 20 ਸਾਲ ਤੁਹਾਡੀ ਸਟੱਡੀ ਆ, ਮੈਂ ਤਾਂ ਕਹਿੰਦਾ ਤੁਸੀਂ ਯਾਰ 20 ਦਿਨ ਨਹੀਂ ਕਿਸੇ ਕੋਲ ਸਿੱਖਿਆ ਨਾ ਕੁਛ। ਜਬਲੀਆਂ ਤਾਂ ਤੁਹਾਡੇ ਤੋਂ ਬਗੈਰ, ਤੁਹਾਨੂੰ ਜਬਲੀਆਂ ਤੋਂ ਬਗੈਰ ਤੁਹਾਨੂੰ ਆਉਂਦਾ ਹੀ ਕੱਖ ਨਹੀਂਗਾ। ਸਾਡੇ ਦੂਸਰੇ ਗੁਰੂ ਸਾਹਿਬਾਨ ਵੀ ਚੜਾਈ ਕਰਕੇ, ਦੇ ਸਰਦਾਰ ਬੰਦਾ ਬਹਾਦਰ ਸਾਰੇ ਚੜਾਈ ਕਰਦੇ, ਜੋ ਇਸ ਸੰਸਾਰ ਚ ਆਇਆ ਜੋ ਦਿਸਦਾ ਨਾ ਉਹਨੇ ਵਿੰਸਣਾ ਹੀ ਹੈ। ਇਹ ਜੋ ਦਿੱਤੀ ਸੋ ਵਿੰਸਣਾ, ਪਰ ਉਹ ਅੱਜ ਕੇ ਕਾਲ ਵਾਲੀ ਗੱਲ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀਆਂ ਪੰਕਤੀਆਂ। ਹੁਣ ਮਹਾਂਕਾਲ ਜਿਹੜਾ ਹੈਗਾ ਇਹ ਮੇਲ ਇੱਕ ਵਚਨ ਲੱਗ ਜਾਏ, ਤੇ ਕਾਲਕਾ ਜਿਹੜੀ ਹੈ, ਕਾਲਕਾ ਅਰਾਧੀ ਤੈ ਹਮ ਅਦੈਕ ਤਪੱਸਿਆ ਸਾਦੀ ਮਹਾਕਾਲ ਕਾਲਕਾ ਅਰਾਧੀ। ਇਹਨੂੰ ਮੈਂ ਇਸ ਤਰ੍ਹਾਂ ਲੈਣਾ ਜੀ ਵੀ ਜਬਲੀ ਦੇਖਿਓ, ਹੁਣ ਜਬਲੀਆਂ ਵੱਜਣਗੀਆਂ ਹੋਰ ਅੱਗੇ। ਕਾਲ ਮੇਲ ਹੈ, ਕਾਲਕਾ ਫੀਮੇਲ ਹੈ। ਕਿਵੇਂ ਪਤਾ ਲੱਗਦਾ ਵੀ ਇਹ ਫੀਮੇਲ ਹੈ? ਇਹ ਰਿਹਾ ਉਹਨਾਂ ਦੇ ਕੋਲ, ਦੋਨਾਂ ਕੋਲ, ਇਹਨੂੰ ਪਤਾ ਆ, ਇਹਨੇ ਬਹੁਤ ਉਹਨਾਂ ਦੀ ਸੇਵਾ ਪਾਣੀ ਕੀਤੀ ਆ। ਜਬਲੀਆਂ ਕੋਲੋਂ ਬਣਾ ਦੇਖਿਓ। ਜਿਹੜੇ ਟਕਸਾਲੀ ਆ ਨੇ ਇਹਨਾਂ ਨੇ ਬੜਿਆ ਜੋਰ ਲਾ ਕੇ ਇਹਨੂੰ ਕਾਲਕਾ ਵੀ ਪ੍ਰਮਾਤਮਾ ਕਹਿੰਦਾ, ਨਹੀਂ, ਮਹਾਕਾਲ ਸ਼ਿਵ ਜੀ ਦਾ ਨਾਂ ਹੈ ਤੇ ਕਾਲਕਾ ਜਿਹੜੀ ਹੈ ਇਹ ਪਾਰਵਤੀ ਦਾ। ਹਾਂ, ਪਾਰਵਤੀ ਤੇਰੀ ਭੂਆ। ਪਾਰਵਤੀ ਨਹੀਂ ਇਹ ਬਣਨੀ ਏਦਾਂ ਕਿਸੇ ਤਰੀਕੇ। ਜੇ ਪਾਰਵਤੀ ਬਣਦੀ ਆ ਤੇ ਫਿਰ ਰਤਨ ਸਿੰਘ ਜੱਗੀ ਨੂੰ ਸੱਦ ਪਹਿਲਾਂ, ਉਹਨੇ ਕਾਲਕਾ ਅਰਥ ਕੀਤੇ ਆ ਤੇ ਤੂੰ ਪਾਰਵਤੀ ਕਰੀ ਜਾ ਰਿਹਾ। ਕੋਲੋਂ ਹੀ ਬਣਾਈ ਜਾਂਦੇ ਆ ਉਹ। ਕਦੀ ਸ਼ਿਵ ਜੀ ਬਣਾ ਲੈਂਦੇ ਆ, ਕਦੀ ਕਾਲਕਾ ਬਣਾ ਲੈਂਦੇ ਆ, ਕਦੀ ਪਾਰਵਤੀ ਬਣਾ ਲੈਂਦੇ ਆ। ਰਾਣਾ ਕਾਲਕਾ ਬਣਾਈ ਜਾਣ ਡਿਆ ਸੀਗਾ 2-4 ਦਿਨ ਪਹਿਲਾਂ। ਇਹ ਨਵਾਂ ਇਹਨੇ ਕੰਮ ਸੱਪ ਕੱਢ ਮਾਰਿਆ, ਇਹ ਕਹਿੰਦਾ ਨਹੀਂ ਪਾਰਵਤੀ ਆ। ਗਾਂ ਸੁਣੋ ਇਹਨਾਂ ਦੀਆਂ ਜਬਲੀਆਂ ਸੁਣੋ ਗਾਂ। ਕਿੱਥੋਂ ਪਤਾ ਲੱਗਦਾ ਸਾਨੂੰ? ਜਿਹੜੇ ਅਰਾਧੀ ਲਫ਼ਜ਼ ਆ ਨਾ, ਇਹਦਾ ਆਪਣੀ ਕਿਰਿਆ ਦੱਸਦੀ ਹੈ ਵੀ ਜਿਹੜਾ ਇਸ ਤੋਂ ਪਹਿਲਾਂ ਲਫ਼ਜ਼ ਆਇਆ, ਜਿਵੇਂ ਕੁੜੀ ਜਾਂਦੀ ਹੈ, ਕੁੜੀ ਲਫ਼ਜ਼ ਆਪਣੇ ਆਪ ਨਹੀਂ ਦੱਸਦਾ ਵੀ ਕੁੜੀ ਫੀਮੇਲ ਹੈ ਜਾਂ ਔਰਤ ਜਾਂਦੀ ਹੈ। ਜਾਂਦੀ ਹੈ ਦੱਸਦਾ ਵੀ ਜਿਹੜਾ ਇਸ ਤੋਂ ਪਹਿਲਾਂ ਅੱਖਰ ਲੱਗਾ ਹੋਇਆ ਹੈ ਉਹ ਫੀਮੇਲ ਲਫ਼ਜ਼, ਫੀਮੇਲ ਲੱਗਿਆ। ਬਿਲਕੁਲ। ਅਗਰ ਦੇ ਪਿਛਲੇ ਹਾਂਜੀ, ਦੱਦੇ ਨੂੰ ਬਿਹਾਰੀ ਡਿਸਾਈਡ ਕਰਦੀ ਹੈ ਵੀ ਫੀਮੇਲ ਹੈਗੀ, ਅਗਰ ਜਾਂਦਾ ਹੈ ਤਾਂ ਡਿਸਾਈਡ ਹੋ ਜਾਣਾ ਸੀ। ਪੰਜਾਬੀ ਲੈਂਗੁਏਜ ਦਾ ਜੋ ਸਿਸਟਮ ਹੈ ਜੀ, ਹਾਂਜੀ, ਪੰਜਾਬੀ ਲੈਂਗੁਏਜ। ਇਹਨਾਂ ਨੂੰ ਬੰਦਾ ਪੁੱਛੇ ਵੀ ਕੀ ਗੁਰਬਾਣੀ ਸਾਰੀ ਪੰਜਾਬੀ ਲੈਂਗੁਏਜ 'ਚ ਹੀ ਲਿਖੀ ਹੈ?
कि ਉਹ ਕੱਲਾ ਉਹੀ ਵਿਆਕਰਨ ਜਿਹੜਾ ਉਹ ਤਰੀਕਾ ਉਹੀ ਕਹਿੰਦੇ ਉੱਥੇ ਲਾ ਕੇ ਦੇਖਣਾ ਜੇ ਤਾਂ ਪੰਜਾਬੀ ਦੇ ਸੈੱਟ ਬੈਂਦਾ ਠੀਕ ਹੈ ਨਹੀਂ ਬੈਂਦਾ ਤੇ ਕੱਢ ਦਿਓ ਬਾਹਰ ਭਾਸ਼ਾ ਕਿੰਨੀਆਂ ਭਾਸ਼ਾ ਉਹਦੇ ਚ ਲਿਖੀਆਂ ਉਹ ਨਹੀਂ ਪਤਾ ਅੱਗੇ ਜਬਲੀਆਂ ਸੁਣਨ ਵਾਲੀਆਂ ਥੋੜੀਆਂ ਸੁਣ ਹੀ ਲਈਏ ਫਿਰ ਮੈਂ ਉਸ ਤੋਂ ਬਾਅਦ ਆਪਣੀ ਗੱਲ ਕਰਦਾ ਸ਼ੁਰੂ ਜਿਹੜੀ ਵਿਆਕਰਨ ਹੈ ਨਾ ਹਾਂਜੀ ਵਿਆਕਰਨ ਦੇ ਮੁਤਾਬਕ ਅਰਾਧੀ ਨੇ ਫੈਸਲਾ ਕਰਨਾ ਹੈ ਜੇ ਹੁੰਦਾ ਨਾ ਏਦਾਂ ਕਾਲਕਾ ਮਹਾਕਾਲ ਅਰਾਧਿਆ ਆਉਣਾ ਸੀ ਫਿਰ ਅੱਛਾ ਹੁਣ ਆਪਾਂ ਮਾੜਾ ਜਿਹਾ ਕਰ ਲਈਏ ਕਹਿੰਦਾ ਵੀ ਜੇ ਉੱਥੇ ਅਰਾਧਿਆ ਆਉਣਾ ਸੀਗਾ ਇਹਨੂੰ ਬੰਦਾ ਪੁੱਛੇ ਵੀ ਜੇ ਕੋਈ ਜਿੱਦਾਂ ਉਹ ਆਪਾਂ ਸੁਣਦੇ ਨਾ ਮਾਨ ਸਿੰਘ ਝੌਰ ਹੋਣਾ ਦੀ ਉਹ ਮਲਕੀਤ ਸਿੰਘ ਨੇ ਵੀ ਚਲਾਈ ਸੀਗੀ ਤੇ ਉਹ ਮੈਂ ਵੀ ਉਹ ਕਾਫੀ ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਹੋਇਆ ਉਹ ਵੇਖੀ ਬਹੁਤ ਸੋਹਣੀ ਗਿਆਨੀ ਮਾਨ ਸਿੰਘ ਝੌਰ ਹੋਣਾ ਨੇ ਜੇ ਕਿਸੇ ਨੇ ਵੀ ਜਿਆਦੀ ਗੱਲ ਨੂੰ ਸਮਝਣਾ ਹੋਵੇ ਇਸ ਨੂੰ ਤਾਂ ਉਹ ਗਿਆਨੀ ਮਾਨ ਸਿੰਘ ਝੌਰ ਮਹਾਕਾਲ ਗਿਆਨੀ ਮਾਨ ਸਿੰਘ ਝੌਰ ਅਬ ਮੈਂ ਆਪਣੀ ਕਥਾ ਬਖਾਨੋ ਇਹ YouTube ਤੇ ਪਾ ਕੇ ਤੁਸੀਂ ਉਹ ਸਾਰਾ ਜਿਹੜਾ ਹੈਗਾ ਆ ਉਹਨੂੰ ਤੁਸੀਂ ਸੁਣੋ ਉਹ ਕਥਾ ਬਹੁਤ ਸੋਹਣੀ ਕੀਤੀ ਆ ਆਰਾਧਨਾ ਕਰਨ ਵਾਲੇ ਨੂੰ ਅਰਾਧੀ ਕਹਿੰਦੇ ਨੇ ਰਾਹੀ ਨੂੰ ਤੁਰੇ ਜਾਂਦੇ ਨੂੰ ਰਸਤੇ ਤੇ ਜਾਂਦੇ ਨੂੰ ਰਾਹੀ ਕਹਿੰਦੇ ਨੇ ਇਵੇਂ ਇੱਕ ਆਰਾਧਨਾ ਕਰਨ ਵਾਲੇ ਨੂੰ ਆਪਾਂ ਕਹਿ ਦਿੰਦੇ ਆ ਵੀ ਇਹ ਉਸਕਾ ਆਰਾਧੀ ਹੈ ये उसका आराधी जे उसका आराधी है तुम किसके आराधी हो तो वो हिंदी का लफ्ज आ अगर तुम किसके आराधी हो हम उसके आराधी हैं हम परमात्मा के आराधी हैं वो कोई कहता हम शिव जी के आराधी हैं तो राणे वांगू हम जीवन वाले के आराधी हैं ठीक है ना ये लफ्ज हुण आराधी इत्थे फीमेल नहीं बनता आराधी उत्थे ओनू लगना है जिहड़ा बंदा आराधना करने वाला आ ਇਹਨਾਂ ਦਾ ਵਿਆਕਰਨ ਦੇਖ ਲਓ ਸਵਾਹ ਤੇ ਖੇ ਦਾ ਵਿਆਕਰਨ ਪਤਾ ਨਹੀਂ ਕਿੱਥੋਂ ਪੜ੍ਹੇ ਇਹ ਬੰਦੇ ਦੋਨੇ ਜਣੇ ਚਲੋ ਇਹ ਅੱਛਾ ਹੁਣ ਇਹ ਤੁਹਾਨੂੰ ਸਮਝ ਲੱਗ ਗਈ ਆਰਾਧੀ ਦਾ ਮਤਲਬ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਉਹ ਕਹਿੰਦੇ ਮੈਂ ਕਿਹਦਾ ਆਰਾਧੀ ਆ ਉਹ ਆਪਣੀ ਗੱਲ ਕਰ ਰਹੇ ਆ ਪਹਿਲਾਂ ਦੋਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਚਲੋ ਖੈਰ ਰਾਣੇ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਰਾਣੇ ਦਾ ਤੇ ਅਜੇ ਉਹ ਕਹਿੰਦਾ ਮੈਂ ਪੜ੍ਹ ਰਿਹਾ ਉਹ ਪੜ੍ਹੀ ਚੱਲੇ ਅਜੇ ਪਰ ਜੂਨ ਵਾਲਾ ਏਡੀ ਤਕੜੀ ਕਮਲੀ ਕਿਵੇਂ ਮਾਰ ਗਿਆ ਕਿਉਂਕਿ ਇਹ ਗੱਲ ਆਰਾਧੀ ਵਾਲੀ ਗੱਲ ਤਾਂ ਰਾਣੇ ਨੇ ਕੀਤੀ ਨਹੀਂ ਸੀ ਇਹ ਤਾਂ ਗੱਲ ਹੀ ਜੂਨ ਵਾਲਾ ਕਰਨ ਡਿਆ ਹੈ ਏਡੀ ਤਕੜੀ ਕਮਲੀ ਕਿਵੇਂ ਮਾਰ ਗਿਆ ਮਤਲਬ ਮੈਂ ਤਾਂ ਹੈਰਾਨ ਹੋ ਗਿਆ ਵੀ ਆਰਾਧੀ ਤੈਨੂੰ ਆਰਾਧੀ ਦਾ ਹੀ ਨਹੀਂ ਪਤਾ ਹਜੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਜੀਵਨੀ ਲਿਖ ਰਹੇ ਆ ਉਹ ਕਹਿੰਦੇ ਮੈਂ ਮਹਾਕਾਲ ਕਾਲਕਾ ਆਰਾਧੀ ਮੈਂ ਮਹਾਕਾਲ ਜਿਹੜਾ ਸੀਗਾ ਉਹ ਕਾਲ ਨੂੰ ਵੀ ਖਤਮ ਕਰਨ ਵਾਲਾ ਮੈਂ ਉਹਦਾ ਆਰਾਧੀ ਆ ਬਸ ਇੰਨੀ ਗੱਲ ਨਹੀਂ ਸਮਝ ਲੱਗੀ ਜੋਗਲ ਭਗਤੀ ਵਾੜਤੀ ਵਿੱਚ ਕੋਈ ਹੋਰ ਵਾੜਤਾ ਹੋਰ ਹੀ ਪਿਓ ਵਾਲੀਆਂ ਗੱਲਾਂ ਵਿੱਚ ਵਾੜਤੀਆਂ ਥੋੜੀਆਂ ਸਮਝਿਆ ਤੇ ਕਰ ਯਾਰ ਤੈਨੂੰ 20 ਸਾਲ ਦਾ ਅਗਲਾ ਖਿਤਾਬ ਦੇਈ ਜਾ ਰਿਹਾ ਹੈ ਤੂੰ ਪਤਾ ਨਹੀਂ ਕੀ ਉੱਥੇ ਜਬਲੀਆਂ ਮਾਰੀ ਜਾ ਰਿਹਾ ਹੈ ਮਹਾਕਾਲ ਕਾਲਕਾ ਇਹ ਮਹਾਕਾਲ शिव जी होगा ਤੇ ਕਾਲਕਾ ਇਹ ਪਾਰਵਤੀ ਹੋਗੀ ਜਬਲੀਆਂ ਦੇਖੋ ਮਹਾਕਾਲ शिव जी ਆ ਤੇ ਫਿਰ ਉੱਥੇ ਜਿਹੜਾ ਮਹਾਕਾਲ ਪਹਿਲਾਂ ਆਉਂਦਾ ਸੀਗਾ ਫੇਰ ਨਾ ਖਾਈ ਮਹਾਕਾਲ ਫਿਰ ਉਹ शिव जी ਖਾਈ ਜਾਂਦਾ ਲੋਕਾਂ ਨੂੰ ਜਬਲੀਆਂ ਵੇਖੋ ਜਾ ਯਾਰ ਤੁਹਾਨੂੰ ਤਾਂ ਜਵਾਬ ਦੇਣ ਨੂੰ ਜੀ ਨਹੀਂ ਕਰਦਾ ਕਾਲਕਾ ਮਹਾਕਾਲ ਆਰਾਧਿਆ ਪਰ ਇਹ ਜੁੜਦਾ ਨਹੀਂ ਸੀ ਤੈ ਮਦਿਕ ਤਪੱਸਿਆ ਸਾਡੀ ਉਹਦੇ ਨਾਲ ਜੋੜਨ ਵਾਸਤੇ ਮਹਾਕਾਲ ਕਾਲਕਾ ਆਰਾਧੀ ਆਰਾਧਨਾ ਪੂਜਾ ਜਿਹੜਾ ਲਫ਼ਜ਼ ਹੈਗਾ ਇਹਨੇ ਹਾਂਜੀ ਇਹ ਦੱਸਦਾ ਹੈ ਕਿ ਕਾਲਕਾ ਜਿਹੜਾ ਲਫ਼ਜ਼ ਹੈ ਇਹ ਫੀਮੇਲ ਹੈ ਔਰ ਇਹਨੂੰ ਨਾ ਯੂਨੀਵਰਸਿਟੀ ਲੈਂਗੁਏਜ ਦੇ ਵਿੱਚ ਇਹਨੂੰ ਜੁਗਲ ਭਗਤੀ ਕਹਿੰਦੇ ਆ ਐਵੇਂ ਬਾੜਤੀ ਗੱਲ ਯੂਨੀਵਰਸਿਟੀ ਲੈਵਲ ਤੇ ਇਹਨੂੰ ਜੁਗਲ ਭਗਤੀ ਕਹਿੰਦੇ ਐਵੇਂ ਗੱਲ ਬਾੜਤੀ ਕਿਤੋਂ ਲਿਆ ਕੇ ਉਹ ਜੁਗਲ ਭਗਤੀ ਹੁੰਦੀ ਆ ਠੀਕ ਆ ਉਹ ਹਿੰਦੂ ਧਰਮ ਦੇ ਜਾਂ ਹੋਰ ਜਿਹੜੇ ਕਰਨ ਉਹਨਾਂ ਨੂੰ ਮੁਬਾਰਕ ਆ ਯਾਰ ਉਹਨਾਂ ਦਾ ਧਰਮ ਆ ਜੋ ਮਰਜ਼ੀ ਕਰਨ ਭਾਵੇਂ ਜੁਗਲ ਕਰਨ ਭਾਵੇਂ ਤ੍ਰਿਗਲ ਕਰਨ ਭਾਵੇਂ ਚੁਗਲ ਕਰਨ ਸਾਨੂੰ ਕੀ ਉਹਦੇ ਨਾਲ ਅਸੀਂ ਤਾਂ ਆਪਣਾ ਦੇਖਣਾ ਨਾ ਮਹਾਕਾਲ ਕਾਲਕਾ ਕਾਲ ਨੂੰ ਖਤਮ ਕਰਨ ਵਾਲਾ ਮਹਾਕਾਲ ਉਹਨੂੰ ਆਰਾਧਿਆ ਹੈ ਪਰਮਾਤਮਾ ਜੀ ਕਹਿੰਦੇ ਮੈਂ ਉਹਨੂੰ ਆਰਾਧਿਆ ਤੇ ਤਾਂ ਕਰਕੇ ਮੈਂ ਉਹਦਾ ਆਰਾਧੀ ਆ ਸਮਝ ਨਹੀਂ ਇਹ ਨਾਲੇ ਸਾਧਨਾ ਕੀਤੀ ਆ ਤੈ ਕਰਤ ਤਪੱਸਿਆ ਪੋਏ ਦਵਾਇਆ ਤੇ ਇੱਕ ਰੂਪ ਹੋਇਆ ਗਏ ਤਾਂ ਅਸੀਂ ਇਹ ਬਿੱਦ ਕਰਦੇ ਕਰਦੇ ਇੱਕ ਤੋਂ ਦੋਵਾਂ ਤੋਂ ਇੱਕ ਰੂਪ ਹੋ ਗਏ ਤੇ ਗਾਂ ਵਾਲੀ ਗੱਲ ਅਸੀਂ ਵੀ ਨਹੀਂ ਦੱਸਣੀ ਜਿਹੜੀ ਇਹ ਜਪ ਤਪ ਤੇ ਖਰੀਕ ਪਿੱਛੋਂ ਕਰਦਾ ਨਾ ਉਹਦਾ ਮੈਨੂੰ ਜੂਨ ਵਾਲੇ ਨੂੰ ਤੇ ਰਾਣੇ ਨੂੰ ਨਹੀਂ ਰਾਣੇ ਨੂੰ ਤੇ ਖੈਰ ਪਤਾ ਨਹੀਂ ਕਿਉਂਕਿ ਇਹਨਾਂ ਨੇ ਬਾਅਦ ਚ ਕਹਿਣਾ ਰਾਣੇ ਨੂੰ ਕਿਹੜੀ ਗੱਲ ਆ ਜੇ ਉਹਨੂੰ ਤੁਸੀਂ ਦੂਜੇ ਥਾਂ ਤੇ ਜਾਂ ਹੋਰ ਕਿਤੇ ਬਹਾ ਕੇ ਕਹਿ ਵੀ ਦਿੱਤਾ ਆ ਉਹ ਜੂਨ ਵਾਲੇ ਹੁਣੀ ਇਹ ਗੱਲ ਕਹਿ ਦੇਣ ਵੀ ਜੇ ਰਾਣਾ ਕਿਸੇ ਥਾਂ ਤੇ ਬਹਿ ਕੇ ਡਿਬੇਟ ਕਰਦਾ ਆ ਕਿਸੇ ਵੀ ਟੌਪਿਕ ਤੇ ਕਿਸੇ ਦੇ ਨਾਲ ਤੇ ਜੇ ਰਾਣਾ ਉੱਥੇ ਜਵਾਬ ਦੇਊ ਨਹੀਂ ਹੁੰਦਾ ਤੇ ਉਹਦਾ ਮਤਲਬ ਇਹ ਆ ਵੀ ਜੂਨ ਵਾਲਾ ਵੀ ਜਵਾਬ ਦੇਊ ਨਹੀਂ ਉਸ ਗੱਲ ਦਾ ਤਾਂ ਇਸ ਕਰਕੇ ਅਸੀਂ ਕਹਿੰਦੇ ਵੀ ਜੂਨ ਵਾਲਾ ਹੁਣੇ ਇੱਕੇ ਥਾਂ ਤੇ ਜਿੱਥੇ ਮਰਜ਼ੀ ਤੀਜੇ ਪੈਟਰਨ ਤੇ ਆ ਜਾਵੇ ਤੀਜੇ ਪਲੇਟਫਾਰਮ ਤੇ ਆ ਜਾਵੇ ਜਿੱਥੇ ਮਰਜ਼ੀ ਆ ਜਾਵੇ
ਜਿਹੜੇ ਮਰਜ਼ੀ ਟੌਪਿਕ ਤੇ ਗੱਲ ਕਰ ਲਵੇ, ਇੱਕ ਟੌਪਿਕ ਚੂਜ਼ ਕਰ ਲਵੇ ਤੇ ਸਾਨੂੰ ਚੈਲੰਜ ਪਾ ਦੇਵੇ ਤੇ ਅਸੀਂ ਆ ਜਾਵਾਂਗੇ। ਮੈਨੂੰ ਪਾ ਦੇਵੇ, ਮਲਕੀਤ ਸਿੰਘ ਨੂੰ ਪਾ ਦੇਵੇ, ਕਿਸੇ ਹੋਰ ਸਿੰਘ ਨੂੰ ਪਾ ਦੇਵੇ, ਜਿੱਥੇ ਕੋ ਉਹਨੂੰ ਲੱਗਦਾ ਨਾ ਵੀ ਮੈਂ ਉੱਥੇ ਕੋ ਸੈੱਟ ਕਰ ਸਕਦਾ ਗੱਲ। ਐ ਨਹੀਂ ਗੱਲ ਬਣਨੀ ਹੁਣ ਕਿ ਤੁਸੀਂ ਜਬਲੀਆਂ ਮਾਰ ਕੇ ਘਰ ਬਹਿ ਜਾਂਦੇ ਹੋ ਤੇ ਬਾਅਦ ਚ ਤੁਹਾਨੂੰ ਲੱਗਦਾ ਵੀ ਤੁਹਾਨੂੰ ਕਿਸੇ ਨੇ ਜਵਾਬ ਨਹੀਂ ਦੇਣਾ। ਤੁਹਾਨੂੰ ਠੋਕ ਠੋਕ ਕੇ ਜਵਾਬ ਦੇਵਾਂਗੇ, ਕੱਲੀ ਕੱਲੀ ਗੱਲ ਦਾ ਦੇਵਾਂਗੇ ਤੇ ਤੁਹਾਨੂੰ ਚੈਲੰਜ ਕਰਦੇ ਆ। ਇਹ ਨੇਕੀ ਜਾਂ ਢੱਡਰੀ ਨਹੀਂ ਹੈਗਾ ਵੀ ਮਤਲਬ ਤੁਹਾਨੂੰ ਕੋਈ ਜਵਾਬ ਨਹੀਂ ਦੇਊਗਾ। ਅਸੀਂ ਠੋਕ ਠੋਕ ਕੇ ਜਵਾਬ ਦੇਵਾਂਗੇ, ਕੱਲੀ ਕੱਲੀ ਗੱਲ ਦਾ ਦੇਵਾਂਗੇ ਤੇ ਚੈਲੰਜ ਕਰਾਂਗੇ ਵੀ ਤੀਜੇ ਥਾਂ ਤੇ ਆਓ। ਐ ਨਹੀਂ ਭੱਜਣ ਦੇਣਾ ਤੁਹਾਨੂੰ ਵੀ ਤੁਸੀਂ ਆਪਣੇ ਪ੍ਰੋਗਰਾਮ ਕੀਤੇ ਜਬਲੀਆਂ ਮਾਰੀਆਂ ਬਹਿ ਕੇ ਘਰੇ। ਤੁਸੀਂ ਗਾਂ ਸੁਣੋ ਇਹਨਾਂ ਦੀਆਂ ਜਬਲੀਆਂ, ਹੋਰ ਸੁਣਨੀਆਂ ਤੇ ਸੁਣ ਲਓ, ਨਹੀਂ ਤਾਂ ਇੰਨੀਆਂ ਹੀ ਬਹੁਤ ਸੀਗੀਆਂ ਉਦਾਂ ਦਾ। ਇਹ ਇੱਕ ਥਾਂ ਨਹੀਂ ਹੈ, ਜੁਗਲ ਭਗਤੀ ਹੈ। ਹਾਂ, ਜੁਗਲ ਭਗਤੀ ਕਹਿੰਦੇ ਦੋ ਦੀ ਭਗਤੀ ਕਰਨੀ। ਓਕੇ। ਔਰ ਇਹ ਵੀ ਹਾਂ ਜੁਗਲ ਯਈਏ ਨੂੰ ਔਂਕੜ ਗੱਗਾ ਲੱਲਾ, ਉਹ ਭਰਾਵਾ ਗਾਂ ਤੋਰ ਔਰ ਫੀਮੇਲ ਦੋਨਾਂ ਦਾ ਭਗਤ ਹੋਣਾ। ਓਕੇ। ਇੱਕ ਥਾਂ ਤੇ ਨਹੀਂ, ਇੱਕ ਥਾਂ ਤੇ ਨਹੀਂ। ਇਹ 10 ਗ੍ਰੰਥ ਚ ਹੁਣ ਮੇਰੇ ਕੋਲ 10 ਗ੍ਰੰਥ ਨਹੀਂ ਹੈ, ਮੇਰੇ ਕੋਲ ਘਰੇ ਨਿਸ਼ਾਨੀਆਂ ਲਾਈਆਂ ਹੋਈਆਂ। ਮੈਂ ਬਾਹਰ ਇੱਥੇ ਟਰੱਕ ਸਟਾਪ ਤੇ ਬੈਠਾ ਤੁਹਾਡੇ ਨਾਲ ਗੱਲਾਂ ਕਰ ਰਿਹਾ। ਕਵੀ ਕਿਧਰੇ ਵੀ ਇਹ ਆਪਣਾ ਕਾਲ ਦੋਸ਼ ਨਹੀਂ ਛੱਡਦਾ ਗਾ। ਜੇ ਉਹ ਕਿਤੇ ਮਹਾਕਾਲ ਕੱਲੇ ਦੀ ਗੱਲ ਕਰਦਾ ਇਹਨਾਂ ਦਾ ਇੱਕ ਦੋ ਪੰਕਤੀਆਂ ਦੇ ਬਾਅਦ 10 ਗ੍ਰੰਥ ਦੇ ਵਿੱਚ ਉਹ ਦੇਵੀ ਦੀ, ਕਾਲਕਾ ਦੀ, ਇਹ ਦੇਵੀ ਦੇ 40 ਤੋਂ 41 ਨਾਂ ਤਾਂ ਮੇਨ ਹੈ। ਬਾਕੀ ਜੇ ਇਹਨੂੰ ਹਿੰਦੂ ਗ੍ਰੰਥਾਂ ਦੇ ਮੁਤਾਬਕ ਸਾਰਿਆਂ ਨੂੰ ਉਲਟ ਕਰ ਲਿਆ ਜਾਵੇ ਤਾਂ 150 ਦੇ 140-42 ਨਾਂ ਬਣਦੇ ਆ। ਉਹ ਕਸਰ ਛੱਡਦਾ ਹੀ ਨਹੀਂ ਹੈ। ਜੇ ਇੱਕ ਪੰਕਤੀ ਦੇ ਵਿੱਚ ਉਹਨੇ ਮਹਾਕਾਲ ਦੀ ਗੱਲ ਕੀਤੀ ਹੈ ਤੇ ਅਗਲੀ ਪੰਕਤੀ ਦੇ ਵਿੱਚ ਜਾਂ ਇੱਕ ਦੋ ਪੰਕਤੀਆਂ ਦਾ ਫਰਕ ਛੱਡ ਕੇ ਅਗਲੇ ਬੰਦ ਦੇ ਵਿੱਚ ਉਹਨੇ ਕਾਲਕਾ ਦੀ, ਦੇਵੀ ਦੀ ਗੱਲ ਕਰਨੀ। ਇਹਨੂੰ ਯੁਗਲ ਭਗਤੀ ਕਹਿੰਦੇ ਆ। ਔਰ ਇਹ ਸਿਧਾਂਤ ਹਿੰਦੂ ਧਰਮ ਦਾ। ਸਿੱਖ ਧਰਮ ਦੇ ਵਿੱਚ ਪਰਮਾਤਮਾ ਇਸ ਜਗ ਮੈਂ ਇੱਕ ਪੁਰਖ ਹੈ ਔਰ ਸਗਲੀ ਨਾਰ ਸਬਾਈ। ਦੁਨੀਆ ਦੇ ਵਿੱਚ ਸਿਰਫ ਪਰਮਾਤਮਾ ਨੂੰ ਹੀ ਇੱਕ ਮੇਲ ਮੰਨ ਕੇ ਬਾਕੀ ਅਸੀਂ ਆਦਮੀਆਂ ਔਰ ਔਰਤਾਂ ਦੀ ਵੀ ਬਰਾਬਰਤਾ ਕਰ ਦਿੱਤੀ, ਨਾਲ ਅਸੀਂ ਸਾਰੇ ਉਹਦੀਆਂ ਪਤਨੀਆਂ ਮੰਨ ਲਈਆਂ। ਓਕੇ। ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਇੱਕ ਚੀਜ਼ ਹੋਰ ਦੇਖੋ, ਉੱਪਰ ਲਿਖਿਆ ਆ ਮਹਾਕਾਲ, ਕਾਲਕਾ, ਅਰਾਧੀ ਤੇ ਅਤੇ ਮਹਾਕਾਲ ਅਤੇ ਕਾਲਕਾ। ਇੱਥੇ ਲੱਲੇ ਨੂੰ ਸਿਹਾਰੀ ਪਾਤੀ ਰਤਨ ਸਿੰਘ ਜੱਗੀ ਨੇ। ਇਹਨਾਂ ਦਾ ਜਿਹੜਾ ਮਹਾਂਪੁਰਸ਼ ਆ ਨਾ ਰਤਨ ਸਿੰਘ ਜੱਗੀ, ਉਹਨੇ ਕੀ ਜਬਲੀ ਮਾਰੀ, ਉਹਨੇ ਆ ਕਾਲਕਾ, ਉਹਨੇ ਕੋਲੋਂ ਲੱਲੇ ਨੂੰ ਸਿਹਾਰੀ ਪਾਤੀ। ਬੰਦਾ ਪੁੱਛੇ ਵੀ ਤੁਹਾਡੇ ਕੋਲ ਸਾਰੇ ਜਿੰਨੇ ਵੀ ਹੈਗੇ ਆ ਇਦਾਂ ਦੇ ਜਬਲ ਇਕੱਠੇ ਕੀਤੇ ਆ ਤੁਸੀਂ? ਇਹੋ ਜਿਹੀਆਂ ਤੁਸੀਂ ਕਰਦੇ ਹੋ ਜਬਲੀਆਂ, ਸ਼ਤਾਨੀਆਂ ਤੁਸੀਂ ਕਰਦੇ ਹੋ। ਅਤੇ ਮਹਾਕਾਲ ਅਤੇ ਕਾਲਕਾ, ਇੱਥੇ ਕਿੱਥੇ ਲਿਖਿਆ ਵੀ ਅਤੇ ਲਿਖਿਆ ਕਿਤੇ ਉੱਤੇ? ਇੱਥੇ ਲਿਖਿਆ ਮਹਾਕਾਲ, ਕਾਲਕਾ ਆਰਾਧੀ, ਤੇ ਇੱਥੇ ਲਿਖਿਆ ਅਤੇ ਮਹਾਕਾਲ ਅਤੇ ਕਾਲਕਾ ਦੀ ਆਰਾਧਨਾ ਕੀਤੀ। ਦੱਸ ਜਬਲੀ ਤੁਸੀਂ ਇਹ ਸਵਾਹ ਦੇ ਅਰਥ ਕੀਤੇ ਆ? ਦੱਸੋ ਮੈਨੂੰ। ਇਹਨੇ ਰਤਨ ਸਿੰਘ ਜੱਗੀ ਨੇ ਤੁਹਾਡੇ ਨੇ ਇਹਨੂੰ ਤੁਸੀਂ ਸਿਰੇ ਚਾੜਿਆ ਪਿਆ ਰਤਨ ਸਿੰਘ ਜੱਗੀ ਨੂੰ। ਹਰ ਥਾਂ ਤੇ ਤੁਸੀਂ ਰਤਨ ਸਿੰਘ ਜੱਗੀ ਨੂੰ ਬਣਾਇਆ ਪਿਆ। ਰਤਨ ਸਿੰਘ ਜੱਗੀ ਨੇ ਤੇ ਵੈਸੇ ਜਬਲੀਆਂ ਮਾਰੀਆਂ ਪਰ ਉਹਨੇ ਗੁਰੂ ਗ੍ਰੰਥ 10 ਗ੍ਰੰਥ ਦਾ ਖੰਡਨ ਨਹੀਂ ਕੀਤਾ ਕਿਤੇ ਵੀ। ਐਵੇਂ ਇਕੱਠੇ ਹੋ ਕੇ ਲੱਗੇ ਹੋਏ ਆ ਕਿ ਰਤਨ ਸਿੰਘ ਜੱਗੀ ਨੇ ਲਿਖਿਆ, ਕਿਤੇ ਲਿਖ ਕੇ ਦਿਖਾਇਆ ਉਹਨੇ ਵੀ ਮਤਲਬ ਮੈਂ ਨਹੀਂ ਮੰਨਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਨਹੀਂ ਹੈ, ਉਹ ਵੀ ਲਿਖ ਕੇ ਪਾਉਣ। ਉਹ ਕਹਿ ਵੀ ਦੇਵੇ ਚਲੋ, ਸਾਨੂੰ ਕੀ ਉਹਦੇ ਨਾਲ, ਹੂ ਕੇਅਰ। ਏਦਾਂ ਦੇ ਬਥੇਰੇ ਬੇਰਦੇ ਨੇ। ਪਰ ਆ ਮੈਂ ਤੁਹਾਨੂੰ ਕਮੀਨਗੀ ਦਿਖਾ ਰਿਹਾ ਕਿ ਅਤੇ ਮਹਾਕਾਲ ਅਤੇ ਕਾਲਕਾ ਦੀ ਆਰਾਧਨਾ ਕੀਤੀ ਵੀ। ਮਤਲਬ ਪੜ੍ਹਨ ਵਾਲੇ ਨੇ ਜਿਹੜੇ ਨੇ, ਜਿੱਦਾਂ ਰਾਣਾ ਆ, ਰਾਣੇ ਨੇ ਮਹਾਕਾਲ, ਕਾਲਕਾ ਦੀ ਪੜ੍ਹਿਆ ਹੀ ਨਹੀਂ ਜਾਂਦਾ ਇਹਦੇ ਕੋਲੋਂ। ਤਾਂ ਗੁਰਬਾਣੀ ਪੜ੍ਹਨੀ ਤਾਂ ਆਉਂਦੀ ਨਹੀਂ ਇਹਨੂੰ, ਪੰਜਾਬੀ ਸ਼ੁੱਧ ਵੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦਾ ਇਹ। ਠੀਕ ਹੈ, ਪ੍ਰੈਕਟਿਸ ਕਰਕੇ ਪੜ੍ਹ ਲੈਂਦਾ ਹੋਊਗਾ, ਪਰ ਇੱਦਾਂ ਜਿੱਦਾਂ ਹੁਣ ਸਾਹਮਣੇ ਆਉਂਦੀ ਬੜੀ ਵਾਰੀ ਇਹ ਭੁੱਲਿਆ ਮਹਾਕਾਲ, ਕਾਲਕਾ ਆਰਾਧੀ, ਇਹ ਬਿਦ ਕਰਤ ਤਪੱਸਿਆ ਭਇਓ ਦਵਾਇ ਤੇ ਇੱਕ ਰੂਪ ਹਵਾਏ ਗਇਓ। ਇੱਦਾਂ ਮਤਲਬ ਚਾਲ ਨਾਲ ਤਾਂ ਪੜ੍ਹ ਨਹੀਂ ਸਕਦੇ ਇਹ। ਤਾਂ ਹੁੰਦਾ ਕੀ ਆ, ਇਹ ਕੀ ਕਰਦੇ ਆ, ਸਿੱਧੀ ਮਤਲਬ ਅਰਥ ਪੜ੍ਹਨੇ ਸ਼ੁਰੂ ਕਰ ਦਿੰਦੇ। ਤੇ ਅਰਥ ਮੇਰੇ ਵਰਗਾ ਜਿਹੜਾ ਮਰਜ਼ੀ ਲਿਖ ਦੇਵੇ, ਫਿਰ ਮੈਂ ਲਿਖ ਦਿੰਦਾ ਅਰਥ, ਦੱਸੋ ਜਿੱਦਾਂ ਦੇ ਮਰਜ਼ੀ ਲਿਖਾ ਲਓ ਮੇਰੇ ਕੋਲੋਂ। ਫਿਰ ਉਹ ਜਿਹੜੇ ਅਰਥ ਪੜ੍ਹ ਕੇ ਹੀ ਤੁਸੀਂ ਜੇ ਮਤਲਬ ਵਿਦਵਾਨ ਬਣਨਾ ਆ, ਤੇ ਫਿਰ ਤਾਂ ਮੈਂ ਕਹਿੰਦਾ ਭਰਾਵੋ ਹੱਥ ਜੜਾ ਲਓ, ਕੌਮ ਦਾ ਬੇੜਾ ਨਾ ਗਰਕ ਕਰੋ, ਕੁਛ ਸਿੱਖ ਲਓ, ਕਿਸੇ ਕੋਲੋਂ ਮੱਥਾ ਮਾਰ ਲਓ, ਕਿਤੇ ਸੁਣ ਲਓ। ਨਾਲੇ ਤੁਸੀਂ ਕਹਿੰਦੇ ਆ ਵੀ ਤੁਹਾਨੂੰ ਅਜੇ ਜੀ ਹੁਣ ਇਹ ਲੋੜ ਹੀ ਨਹੀਂ ਹੈਗੀ ਕਥਾ ਦੀ, ਕਹਿੰਦੇ ਹੁਣ ਤਾਂ ਸਾਰਾ ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਮਾਰਿਆ ਪਾਇਆ। ਧੂੰ ਦੇਣਾ ਨੂੰ ਭਾਓ ਪਹਿਲਾਂ ਘਰੇ, ਜੇ ਲੋੜ ਨਹੀਂ ਆ ਤਾਂ ਸਾਰੇ ਜਣੇ ਘਰੇ ਬੈਠੋ ਪਹਿਲਾਂ, ਆਪਣੇ ਬੰਦੇ ਸਾਰੇ, ਫਿਰ ਗੱਲ ਕਰਿਓ ਕਿਸੇ ਨੂੰ। ਅੱਗੇ ਮੈਂ ਥੋੜੀ ਜਿਹੀ ਤੁਹਾਨੂੰ ਹੋਰ ਸੁਣਾਉਣੀ ਆ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਣੀ, ਟਾਈਮ ਕਾਫੀ ਹੋ ਗਿਆ। ਰਾਮ ਨਾਮ ਸਿਮਰਤੂ ਫਿਰ ਨਾ ਖਾਈ ਮਹਾਕਾਲ। ਇਹਦੇ ਵਿੱਚ ਕਿਹਨੇ ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰਤੂ ਫਿਰ ਨਾ ਖਾਈ ਮਹਾਕਾਲ, ਕਿੰਨੇ ਮੇਲ ਨਾਲ ਹੋਏ ਆ। ਦੇਖ ਲਓ ਵੀ ਕਿੰਨੀ ਵਾਰੀ ਬੰਦੇ ਨੇ ਪੜ੍ਹਿਆ ਆ। ਪਰ ਰਾਣਾ ਜਿਹੜਾ ਐਡਾ ਸ਼ਾਤਰ ਦਿਮਾਗ ਆਪਣੇ ਆਪ ਚ ਕਹਿ ਰਿਹਾ, ਕਹਿੰਦਾ ਵੀ ਮੈਂ ਤਾਂ ਫੱਟੇ ਚੱਕ ਲੈਣੇ 10 ਗ੍ਰੰਥ ਦੇ। ਇਹ
ਉਹਨੂੰ ਅੱਗੇ ਸਾਹਮਣੇ ਆ ਰਾਣੇ ਦੀ ਵੀਡੀਓ ਚਲਾ ਰਿਹਾ ਮੈਂ, ਆ ਇਹ ਵੀ ਤੁਹਾਨੂੰ ਮੈਂ ਦੱਸ ਰਿਹਾ, ਆ ਜਿੰਨੀ ਵੀਡੀਓ ਚੱਲ ਰਹੀ ਹੈ ਮੇਰੀ ਸਕਰੀਨ ਤੇ ਨਾਲ ਆ ਰਹੀ ਹੈ, ਇਹ ਰਾਣੇ ਦੀ ਸਕਰੀਨ ਆ, ਇਹ ਰਾਣੇ ਪਰਮਜੋਤ ਦੀ ਸਕਰੀਨ ਮੈਂ ਤੁਹਾਨੂੰ ਸਾਹਮਣੇ ਦਿਖਾ ਰਿਹਾ ਆ। ਤਾਂ ਨਹੀਂ ਯਕੀਨ ਤੇ ਮੈਂ ਤੁਹਾਨੂੰ ਥੋੜਾ ਜਿਹਾ ਆ ਦਿਖਾ ਦਿੰਦਾ, ਦੇਖਿਓ ਇਹ ਲਓ ਜੀ, ਮਹਾਂਪੁਰਸ਼ ਪਰਮਜੋਤ ਰਾਣਾ ਜੀ ਹੁਣੀ ਪੇਸ਼ ਹੋ ਰਹੇ ਨੇ, ਠੀਕ ਹੈ ਜੀ। ਅੱਗੇ ਹੋਰ ਹੋਊਗਾ, YouTube ਤੇ ਮੈਂ ਕੱਢਿਆ ਸੀ ਪਰਮਜੋਤ ਰਾਣਾ, ਠੀਕ ਹੈ। ਇੱਧਰ ਕਿਤੇ ਬੈਠਾ ਕਿਤੇ ਕਿ ਨਹੀਂ ਹੈਗਾ, ਅੱਛਾ ਜੀ, ਚਲੋ ਐ ਨਹੀਂ ਹੋ, ਆਪਾਂ ਮਤਲਬ ਦੇਖਦੇ ਹਾਂ ਗਾਂ ਕਿਤੇ ਇਹਨੇ ਥੋੜਾ ਜਿਹਾ ਆ ਜਾਣਾ, ਆਪਾਂ ਲੈਵਾਂਗੇ ਇਹਨੂੰ ਵਿੱਚ ਜੇ, ਤੇ ਮੈਂ ਵੀ ਟਰਾਈ ਜੀ ਕਰਕੇ ਇਹਦੀ ਸੈਟਿੰਗ ਜੀ ਕਰਦਾ ਰਹਿੰਦਾ, ਮੈਨੂੰ ਬਹੁਤਾ ਤਾਂ ਆਉਂਦਾ ਨਹੀਂ ਵੀਰੋ, ਪਰ ਅੱਜ ਮੈਂ ਟਾਈਮ ਕੱਢਿਆ ਸੀ ਵੀ ਇਹਨਾਂ ਦਾ ਜਵਾਬ ਆਪਾਂ ਜ਼ਰੂਰ ਦੇ ਦਈਏ, ਕਈ ਦਿਨ ਹੋ ਗਏ ਰਹਿੰਦਾ ਦੇਣ ਵਾਲਾ। ਭਗਤੀ ਦੀ ਗੱਲ ਨਹੀਂ ਹੋਈ। ਸੋ ਜੁਗਲ ਭਗਤੀ ਦਾ ਵੀ ਜਿਹੜਾ ਕਨਸੈਪਟ ਹੈ, ਇਹ ਹਿੰਦੂ ਧਰਮ ਦਾ ਇੱਕ ਅੰਗ ਹੈ, ਮੇਨ ਅੰਗ ਹੈ। ਜੇ ਤੁਸੀਂ ਰਾਮ ਦੀ ਗੱਲ ਕਰੋਗੇ ਨਾਲ ਸੀਤਾ ਆਏਗਾ, ਕ੍ਰਿਸ਼ਨ ਦੇ ਨਾਲ ਰਾਧਾ ਆ ਜਾਂਦੀ ਹੈ, ਵਿਸ਼ਨੂੰ ਦੇ ਨਾਲ ਲక్ష్ਮੀ ਆਉਂਦੀ ਹੈ, ਇਵੇਂ ਹੀ ਮਹਾਕਾਲ ਦੇ ਨਾਲ ਕਾਲਕਾ ਆਉਂਦੀ ਹੈ। ਹੁਣ ਕਾਲਕਾ ਆ ਗਈ ਆ, ਕਦੀ ਪਾਰਬਤੀ ਆ ਜਾਂਦੀ ਹੈ, ਕਦੀ ਕਾਲਕਾ ਆ ਜਾਂਦੀ ਹੈ। ਇਹਨਾਂ ਨੂੰ ਵਿਚਾਰਿਆਂ ਨੂੰ ਪਹਿਲਾਂ ਤਾਂ ਨਾ ਅਸਲ 'ਚ ਐਂ ਚਾਹੀਦਾ ਵੀ ਇਹਨਾਂ ਨੂੰ ਕਿਸੇ ਪੰਡਤ ਕੋਲੋਂ ਭੇਜ ਦਈਏ, ਥੋੜੇ ਕੁ ਦਿਨ ਪਹਿਲਾਂ ਉੱਥੇ ਸਮਝ ਕੇ ਆਉਣ ਵੀ ਇਹ ਕਾਲਕਾ ਕਿਹਨੂੰ ਕਹਿੰਦੇ ਆ, ਪਾਰਬਤੀ ਕਿਹਨੂੰ ਕਹਿੰਦੇ ਆ, ਸ਼ਿਵ ਜੀ ਕਿਹਨੂੰ ਕਹਿੰਦੇ ਆ, ਉਹ ਚੀਜ਼ਾਂ ਇਹਨਾਂ ਨੂੰ ਸਿਖਾਈਏ ਪਹਿਲਾਂ। ਇੰਨੀ ਨਹੀਂ ਤਾਂ ਸਾਨੂੰ ਤਾਂ ਯਾਰ ਐਡੀ ਮਤਲਬ ਅਸੀਂ ਨਹੀਂ ਇੰਨੀ ਮਿਹਨਤ ਕਰ ਸਕਦੇ ਤੁਹਾਡੇ ਤੇ। ਹਾਂਜੀ ਮੇਰੇ ਹਾਂਜੀ ਇੱਕ ਮਿੰਟ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਦੋ ਸਵਾਲ ਨੇ ਜੀ ਮੇਰੇ ਛੋਟੇ ਛੋਟੇ, ਉਹ ਵੀ ਸੁਣੋ। ਵੀ ਇੱਕ ਜਿਹੜਾ ਮਹਾਕਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਇਹ ਜਿਹੜਾ ਮੈਨੂੰ ਦੱਸਿਆ, ਅੱਜ ਮੈਨੂੰ ਕਿਸੇ ਹੋਰ ਸੱਜਣ ਨੇ ਵੀ ਇਹੀ ਸ਼ਬਦ ਭੇਜਿਆ ਸੀਗਾ 885 ਨੰਬਰ ਅੰਗ ਦੇ ਉੱਤੇ ਜੀ, ਤੇ ਇਸ ਤੋਂ ਇਲਾਵਾ ਕਿਤੇ ਹੋਰ, ਕਿਉਂਕਿ ਇੱਥੇ ਤਾਂ ਮਹਾਕਾਲ ਨੂੰ ਨੈਗੇਟਿਵਲੀ ਕਿਉਂਕਿ ਕਲੀਅਰਲੀ ਦਿਸ ਰਿਹਾ ਹੈਗਾ ਵੀ ਰਾਮ ਨਾਮ ਸਿਮਰੇ ਤੂੰ ਜੀਵੇ ਫਿਰ ਨਾ ਖਾਏ, ਵੀ ਮਹਾਕਾਲ ਤੈਨੂੰ ਖਾਊਗਾ ਨਹੀਂ। ਮੀਨਸ ਮਹਾਕਾਲ ਅਗਰ ਪ੍ਰਮਾਤਮਾ ਹੋਵੇ, ਆਪਾਂ ਅਗਰ ਮੰਨ ਲਈਏ ਉਸ ਦਸਮ ਗ੍ਰੰਥ ਨੂੰ ਮੰਨਣ ਵਾਲੇ ਦਾ, ਇਹ ਬੰਦੇ ਨੇ ਜਿੱਦਾਂ ਪੜਿਆ ਇਹਦਾ ਰਾਮ ਨਾਮ ਸਿਮਰ ਜੀਵੇ ਤੂੰ, ਖੜ ਜੋ ਏਦਾਂ ਹੀ ਪੜਿਆ, ਮੈਨੂੰ ਲੱਗਾ ਥੋੜਾ ਜਿਹਾ ਯਾਰ ਕੀ ਬੰਦੇ ਦਾ। ਆਪਾਂ ਅਗਰ ਮੰਨ ਲਈਏ ਉਸ ਦਸਮ ਗ੍ਰੰਥ ਨੂੰ ਮੰਨਣ ਵਾਲੇ ਦਾ ਗੱਲ ਕਿ ਜਿਹੜਾ ਮਹਾਕਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਇਹ ਜਿਹੜਾ ਮੈਨੂੰ ਦੱਸਿਆ, ਅੱਜ ਮੈਨੂੰ ਕਿਸੇ ਹੋਰ ਸੱਜਣ ਨੇ ਵੀ ਇਹੀ ਸ਼ਬਦ ਭੇਜਿਆ ਸੀਗਾ 885 ਨੰਬਰ ਅੰਗ ਦੇ ਉੱਤੇ ਜੀ, ਤੇ ਇਸ ਤੋਂ ਇਲਾਵਾ ਕਿਤੇ ਹੋਰ, ਕਿਉਂਕਿ ਇੱਥੇ ਤਾਂ ਮਹਾਕਾਲ ਨੂੰ ਨੈਗੇਟਿਵਲੀ ਕਿਉਂਕਿ ਕਲੀਅਰਲੀ ਦਿਸ ਰਿਹਾ ਹੈਗਾ ਵੀ ਰਾਮ ਨਾਮ ਸਿਮਰੇ ਤੂੰ ਜੀਵੇ ਫਿਰ ਨਾ ਖਾਏ, ਵੀ ਮਹਾਕਾਲ ਤੈਨੂੰ ਖਾਊਗਾ ਨਹੀਂ। ਮੀਨਸ ਇੱਥੇ ਖਾਏ ਕਹਿ ਰਿਹਾ, ਖਾਈ ਆ ਭਰਾ ਜੀ, ਪਰਮਾਤਮਾ ਹੋਵੇ ਆਪਾਂ ਅਗਰ ਮੰਨ, ਕਿਉਂਕਿ ਤੂੰ ਖਾਏ ਕਹਿਤਾ ਤਾਂ ਫਿਰ ਉਹ ਬੰਦਾ ਬਣ ਜਾਣਾ, ਤੇ ਖਾਈ ਕਹਿਤਾ ਤੇ ਫਿਰ ਉਹ ਔਰਤ ਬਣ ਜਾਣਾ, ਕਿਉਂਕਿ ਤੁਹਾਡੇ ਵਿਆਕਰਨ ਇਦਾਂ ਦੇ ਹੀ ਆ ਜਿੱਦਾਂ ਦੇ ਤੂੰ ਜਿਉਣ ਵਾਲੇ ਦੇ ਤੇਰੇ ਦੱਸੇ ਹੋਣੇ। ਖਾਏ ਤੇ ਖਾਈ ਇਹ ਵਿਆਕਰਨ ਤੁਹਾਡੇ ਪੁੱਠੇ ਪੈ ਜਾਣੇ ਇੱਥੇ, ਇਹ ਕਰਕੇ ਥੋੜੇ ਸਹੀ ਕਰਾ ਰਿਹਾ। ਦਸਮ ਗ੍ਰੰਥ ਨੂੰ ਮੰਨਣ ਵਾਲੇ ਦਾ ਗੱਲ ਕਿ ਮਹਾਕਾਲ ਦਾ ਮਤਲਬ ਪਰਮਾਤਮਾ, ਤੇ ਪਰਮਾਤਮਾ ਤੋਂ ਸਾਨੂੰ ਕਾਹਦਾ ਡਰ ਹੋਣਾ ਚਾਹੀਦਾ ਜੀ, ਜਿਹੜੇ ਹਿਸਾਬ ਨਾਲ ਇੱਥੇ ਮਹਾਕਾਲ ਫਿਰ ਨਾ ਖਾਏ ਮਹਾਕਾਲ। ਪਰਮਾਤਮਾ ਹਮੇਸ਼ਾ ਤੂੰ ਮੇਰਾ ਬੰਦਾ, ਤੂੰ ਮੇਰਾ ਭਰਾਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਭਰਾਤਾ, ਏਦਾਂ ਸਾਰਾ ਕਰਕੇ ਉਹਨੂੰ ਫ੍ਰੈਂਡਲੀ ਲਫ਼ਜ਼ਾਂ 'ਚ ਲਿਆ ਹੋਇਆ, ਜਿਵੇਂ ਫ੍ਰੈਂਡਲੀ ਲਿਖਿਆ ਹੋਇਆ, ਤੇ ਫਿਰ ਮਾਰਨ ਵਾਲਾ ਕੌਣ ਆ? ਉਹ ਭਰਾ ਇਹ ਵੀ ਦੱਸ ਦੇ ਵੀ ਬੰਦੇ ਨੂੰ ਜੀਵਨ ਦੇਣ ਵਾਲਾ ਕੌਣ ਆ ਤੇ ਮਾਰਨ ਵਾਲਾ ਕੌਣ ਆ? ਉਹਨੂੰ ਕਿਉਂ ਲਕਾਈ ਫਿਰਦੇ ਹੋ? ਡਰ ਲੱਗਦਾ ਤੁਹਾਨੂੰ ਉਹਦੇ ਤੋਂ? ਏਡਾ ਮੌਤ ਦਾ ਡਰ ਪਿਆ ਤੁਹਾਡੇ ਕਲੇਜਿਆਂ 'ਚ। ਕਸ਼ਨ ਕਰ ਰਹੇ ਸੀ ਵੀ ਉਹਦੀਆਂ ਦਾੜਾਂ ਅੱਖਾਂ ਲਾਲ ਆ, ਉਹਦੇ ਹੱਥ ਦੇ ਵਿੱਚ ਤਲਵਾਰਾਂ ਫੜੀਆਂ, ਗਲ ਦੇ ਵਿੱਚ ਆਪਣਾ ਮਰੇ ਹੋਏ ਬੰਦਿਆਂ ਦੀਆਂ ਖੋਪੜੀਆਂ ਦੀ ਮਾਲਾ ਪਾਈ ਹੋਈ ਹੈ। ਈਵਨ ਇਹਨਾਂ ਦਾ ਰੱਬ ਆਪਣੇ 44 ਪੰਨੇ ਤੇ ਆ ਜਾਂਦਾ ਹੈ, ਸ਼ਰਾਬ ਪੀ ਕੇ ਜੰਗਲ ਦੇ ਵਿੱਚ ਪਾਕਾਂ ਇਉਂ ਮਾਰਦਾ ਜਿਵੇਂ ਸ਼ੇਰ ਦਾ ਬੱਚਾ ਮਾਰਦਾ ਹੋਵੇ। ਸ਼ਰਾਬ ਕੌਣ ਪੀਊਗਾ? ਸ਼ਰਾਬ ਉਹ ਪੀਊਗਾ ਜਿਹਦਾ ਫਿਜ਼ੀਕਲ ਸਰੀਰ ਹੈਗਾ, ਫਿਜ਼ੀਕਲੀ ਹੈਗਾ। ਅੱਛਾ, ਇਹਨਾਂ ਬੰਦਿਆਂ ਨੂੰ ਦੇਖ ਲਓ, ਇਹ ਗੱਲ ਉਹੀ ਆ ਜਾਂਦੀ ਆ ਵੀ ਇਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਪੜਿਆ, ਇਹ ਦੋਨਾਂ ਨੇ ਪੜਿਆ ਮੈਨੂੰ ਲੱਗਦਾ। ਜੇ ਤਾਂ ਇਹ ਕਹਿੰਦੇ ਆ ਵੀ ਉੱਥੇ ਬੜਾ ਭਿਆਨਕ ਰੂਪ ਧਾਰਿਆ ਆ ਪਰਮਾਤਮਾ ਨੇ, ਤਾਂ ਫਿਰ ਜਿਹੜਾ ਨਰ ਸਿੰਘ ਦਾ ਰੂਪ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦੱਸਿਆ, ਨੌਵਾਂ ਨਾਲ, ਅੱਧਾ ਜਾਨਵਰ ਦਾ, ਅੱਧਾ ਬੰਦੇ ਦਾ, ਲੌਂਦਰਾ ਆ ਉਹਦਾ, ਬੁਰੇ ਹਾਲ ਆ ਉਹਦੇ, ਐਡਾ ਭੈੜਾ ਸਰੂਪ ਬਣਾ ਕੇ ਆਇਆ, ਤੇ ਉਹ ਕੌਣ ਸੀਗਾ? ਉਹਦਾ ਰੂਪ ਨਹੀਂ ਦੱਸਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ।
कमाल की गल उदा ही हवा च छड्डी जाने गल्लां सारियां। एडा ही सोहना रूप बना के रखना तो फिर नर सिंह नूं कढ दिओ फिर विचों। नर सिंह दा रूप कातों मानदे हो फिर? वो किते बहुत सोहना लगदा होऊगा जदों एडियां लौंदरां दे जेड़ा भयानक रूप धार के उतरिया हो। ਤੇ ਜਿਹੜਾ ਫਿਜ਼ੀਕਲ ਆ ਉਹ ਮਰ ਜਾਂਦਾ ਹੈ, ਜਿਹੜਾ ਫਿਜ਼ੀਕਲ ਹੈ ਨਾ ਉਹ ਮਰ ਜਾਂਦਾ ਹੈ। ਫਿਰ ਫਿਜ਼ੀਕਲੀ ਹੁਣ ਜੇ ਗੁਰੂ ਸਾਹਿਬ ਸਾਡੇ ਫਿਜ਼ੀਕਲੀ ਆਏ ਸੀਗੇ ਪਹਿਲਾਂ, ਫਿਰ ਥੋੜੀ ਤੇ ਉਦਾਹਰਨ ਜਿੱਥੇ ਮਰਜ਼ੀ ਫਿਰ ਫਿੱਟ ਜੇ ਕਰਨ ਲੱਪੇ ਤਾਂ ਫਿਰ ਤਾਂ ਕੰਮ ਸਾਰਾ ਹੀ ਖਰਾਬ ਹੋ ਜਾਊਗਾ। ਇਹਨਾਂ ਦੀ ਤਾਂ ਬਹੁਤ ਨਕੰਮੀਆਂ ਉਦਾਹਰਨਾਂ ਇਹਨਾਂ ਦੀਆਂ। ਕਰਕੇ ਗੁਰਬਾਣੀ ਦਾ ਰੱਬ ਸਦਾ ਜੀਵ ਹੈ, ਸਾਹਿਬ ਮੇਰਾ ਸਾਹਿਬ ਮੇਰਾ ਸਦਾ ਹੈ ਔਰ ਨਾਲ ਦਿਆਲ ਹੈ, ਸਾਹਿਬ ਸਦਾ ਦਿਆਲ ਹੈ। ਅੱਛਾ ਆ ਕੋਲੋਂ ਬਣਾ ਲਈ ਆ ਵੀ ਕਮਾਲ ਦੀ ਗੱਲ ਆ, ਸਾਹਿਬ ਮੇਰਾ ਦਿਆਲ ਹੈ। ਵਾਹ ਬਈ ਵਾਹ ਜਿਉਣ ਵਾਲਿਆ, ਸ਼ਰਮ ਨਹੀਂ ਆਉਂਦੀ ਤੈਨੂੰ? ਕੋਲੋਂ ਤੂੰ ਕਿੱਥੋਂ ਪੰਕਤੀ ਬਣਾ ਕੇ ਲੈ ਆਇਆ, ਸਾਹਿਬ ਮੇਰਾ ਦਿਆਲ ਹੈ। ਮੈਨੂੰ ਤਾਂ ਨਹੀਂ ਭਰਾਵੋ ਲੱਭੀ ਇਹ ਪੰਕਤੀ, ਸਾਹਿਬ ਮੇਰਾ ਦਿਆਲ ਹੈ। ਤੁਸੀਂ ਲੱਭ ਲਓ, ਜੇ ਕਿਸੇ ਨੂੰ ਲੱਭਦੀ ਹੋਈ ਤਾਂ ਮੈਨੂੰ ਜ਼ਰੂਰ ਭੇਜ ਦਿਓ, ਤੇ ਮੈਨੂੰ ਮੇਰੇ ਭਾਗ ਚੰਗੇ ਹੋ ਜਾਣਗੇ ਇਹਦੀ ਪੰਕਤੀ ਜਿਹੜੀ ਆ ਉਹ ਵੀ ਜੇ ਕਿਤੇ ਮੈਨੂੰ ਮਿਲ ਜੇ ਤਾਂ ਜਿਉਣ ਵਾਲਾ ਮੈਨੂੰ ਜ਼ਰੂਰ ਦੱਸੇ ਸਾਹਿਬ ਮੇਰਾ ਦਿਆਲ ਹੈ। ਬੱਲੇ ਉਹ ਤੁਹਾਡੇ ਕੋਲੋਂ ਹੀ ਬਣਾ ਸਾਰਾ ਕੁਛ, ਜਿਉਂਦੇ ਰਹੋ ਤੁਸੀਂ। ਉਹ ਦਿਆਲੂ ਆ, ਉਹ ਡਰਾਉਣ ਵਾਲਾ ਨਹੀਂ ਹੈ। ਗੁਰਬਾਣੀ ਦੇ ਰੱਬ ਨਾਲ ਕੋਈ ਮਾਰੇ ਨਹੀਂ। ਇੱਕ ਮੈਨੂੰ ਹੋਰ ਗੱਲ ਯਾਦ ਆ ਗਈ, ਉਹ ਬੰਟਾ ਸਿੰਘ ਜਾਂ ਬੰਟੀ ਸਿੰਘ ਜਿਹੜਾ ਜਾਂ ਇਹਦੀ ਹਰਾਮਜ਼ਾਦਗੀ ਦੇਖੋ ਹੁਣ। ਕਹਿੰਦਾ ਪਹਿਲਾਂ ਕਹਿੰਦਾ ਬੰਤਾ ਸਿੰਘ, ਜਾਣ ਕੇ ਕਹਿੰਦਾ ਬੰਟੀ ਸਿੰਘ। ਉੱਲੂ ਦੇ ਪੱਠਿਆ ਜੇ ਤੈਨੂੰ ਕੋਈ ਕਵੇ ਵੀ ਕੁੱਤਾ ਬਿੱਲਾ ਦੱਲਾ, ਤੈਨੂੰ ਕੋਈ ਇਦਾਂ ਕਵੇ ਤਾਂ ਤੈਨੂੰ ਚੰਗਾ ਲੱਗੂਗਾ? ਅਗਲਾ ਯਾਰ ਬੰਦਾ ਚੰਗਾ ਭਲਾ ਬੰਦਾ, ਨਾਮੀ ਕਥਾਵਾਚਕਾਂ ਉੱਥੇ ਇੰਨੀ ਦੁਨੀਆ ਸੁਣਦੀ ਹੈ, ਤੈਨੂੰ ਜੱਬਲ ਨੂੰ ਕੌਣ ਸੁਣਦਾ ਇੱਥੇ? 20 ਬੰਦੇ ਤੁਹਾਨੂੰ ਸੁਣਨ ਵਾਲੇ ਹੁੰਦੇ, ਗੱਲਾਂ ਮਾਰਦੇ ਹੋ, ਮੈਟਰ ਹੀ ਨਹੀਂ ਕਰਦਾ। ਖੈਰ ਚਲੋ ਸੁਣਨਾ ਨਾ ਸੁਣਦਾ ਤਾਂ, ਪਰ ਗੱਲ ਇਹ ਆ ਵੀ ਉਹ ਵੀ ਇੱਕ ਪਰਸਨੈਲਿਟੀ ਆ। ਤੂੰ ਆਪਣੇ ਆਪ ਨੂੰ ਪਰਸਨੈਲਿਟੀ ਮੰਨਦਾ ਆ, ਤੇ ਉਹ ਵੀ ਇੱਕ ਪਰਸਨੈਲਿਟੀ ਆ, ਤੇ ਤੈਨੂੰ ਅਜੇ ਤੱਕ ਭਲਾ ਉਹਦੇ ਨਾਂ ਦਾ ਨਹੀਂ ਪਤਾ। ਤੈਨੂੰ ਕੋਈ ਕੁੱਤਿਆ ਬਿੱਲਿਆ ਦੱਲਿਆ ਹਰਾਮੀਆਂ ਗੰਦਿਆ ਤੈਨੂੰ ਕੋਈ ਇਦਾਂ ਕਹਿ ਕੇ ਬੁਲਾਵੇ, ਕਿੱਦਾਂ ਤੈਨੂੰ ਲੱਗੂਗਾ? ਚੰਗਾ ਲੱਗੂ ਤੈਨੂੰ ਯਾਰ? ਸਿਆਣਾ ਬੇਣਾ ਚਿੱਟੀ ਦਾੜੀ ਆ ਤੇਰੀ, ਸ਼ਰਮ ਕਰ ਯਾਰ ਵੀ ਤੂੰ ਕਿਸੇ ਨੂੰ ਚੰਗੀ ਤਰ੍ਹਾਂ ਨਾਂ ਨਾ ਤੇ ਬੋਲ। ਜਿਹੜਾ ਬੰਗਲਾ ਸਾਹਿਬ ਤੋਂ ਗੱਲ ਕਰਕੇ ਗਿਆ, ਉਹ ਕਹਿੰਦਾ ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮ ਕਥਾ ਲਿਖੀ। ਗਲਤ ਹੈ ਗੱਲ। ਚਲੋ ਖੈਰ ਮਤਲਬ ਹੋਰ ਅੱਗੇ ਤਾਂ ਸਮਾਂ ਮੈਨੂੰ ਲੱਗਦਾ ਨਹੀਂ ਹੈਗਾ, ਨਹੀਂ ਆ ਮੇਰੇ ਕੋ ਵੀ, ਮੈਂ ਵੀ ਜਾਣਾ ਆ। ਤਾਂ ਅਜੇ ਉਹ ਮਹਾਂਕਾਲ ਜਿਹੜਾ ਆ ਉਹ ਸੈੱਟ ਨਹੀਂ ਜੇ ਆ ਰਿਹਾ। ਜਾਂ ਤਾਂ ਇਹ ਮੰਨਣ ਕਿ ਮਹਾਂਕਾਲ ਸ਼ਿਵਜੀ ਆ। ਜੇ ਉਹ ਮਹਾਂਕਾਲ ਸ਼ਿਵਜੀ ਉੱਥੇ ਦਸਮ ਗ੍ਰੰਥ 'ਚ ਕਹਿੰਦੇ ਆ ਵੀ ਮਹਾਂਕਾਲ ਸ਼ਿਵਜੀ ਆ, ਇੱਥੋਂ ਭੱਜ ਜਾਂਦੇ ਨੇ। ਫੇਰ ਨਾ ਖਾਈ ਮਹਾਂਕਾਲ, ਇੱਥੋਂ ਕਹਿੰਦੇ ਨਹੀਂ ਮੌਤ ਦਾ ਡਰ ਆ, ਇੱਥੇ ਆਪਣੇ ਅਰਥ ਬਣਾ ਲੈਂਦੇ ਨੇ। ਤੇ ਜੇ ਮੌਤ ਦਾ ਡਰ ਆ ਤੇ ਉੱਥੇ ਸ਼ਿਵਜੀ ਕਿਵੇਂ ਬਣ ਜਾਂਦਾ ਆ? ਤੇ ਜੇ ਕਾਲਕਾ ਵੀ ਪਾਰਵਤੀ ਆ ਤੇ ਪਾਰਵਤੀ ਹੀ ਕਾਲਕਾ ਆ, ਇਹਦਾ ਵੀ ਅਰਥ ਚੰਗੀ ਤਰ੍ਹਾਂ ਕਰ ਲੈਣਾ। ਫਿਰ ਮੁੱਕਰਨਾ, ਇੱਕੇ ਵਾਰੀ ਗੱਲ ਕਰ ਲੈਣਾ। ਮੈਂ ਉਹਦੇ ਤੇ ਸਵਾਲ ਕਰਨਾ ਪਾਰਵਤੀ ਕਾਲਕਾ ਤੇ ਅਗਲੇ ਵਾਲੇ ਪ੍ਰੋਗਰਾਮ ਤੇ। ਟਾਈਮ ਇੱਥੇ ਜ਼ਿਆਦਾ ਹੋ ਗਿਆ। ਉਹਨੇ ਟਾਈਮ ਤੇ ਡਿਸੀਜਨ ਲੈ ਕੇ ਅਜੇ ਇਹਨਾਂ ਕੋਲ ਮੌਕਾ ਆ, ਚੇਂਜ ਕਰ ਸਕਦੇ ਅਜੇ ਕਰਨਾ ਕੁਛ ਤਾਂ। ਕਾਲਕਾ ਨੂੰ ਪਾਰਵਤੀ ਰੱਖਣਾ ਜਾਂ ਪਾਰਵਤੀ ਨੂੰ ਕਾਲਕਾ ਰੱਖਣਾ ਜਾਂ ਕੀ ਕਰਨਾ ਇਹਦੇ ਬਾਰੇ ਇਹ ਮੈਂ ਅਗਲੇ ਤੇ ਪ੍ਰੋਗਰਾਮ ਕਰ ਲੂੰਗਾ। ਇਹ ਆਪਣਾ ਸਪਸ਼ਟੀਕਰਨ ਚੇਂਜ ਕਰਨਾ ਹੋਇਆ ਤਾਂ ਕਰ ਲੈਣ। ਧੰਨਵਾਦ ਆ ਜੀ ਸਾਰਿਆਂ ਦਾ, ਸਰੋਤਿਆਂ ਦਾ। ਸ਼ੇਅਰ ਦੱਬ ਕੇ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿਆ ਕਰੋ, ਭਾਸ਼ਾ ਸਹੀ ਰੱਖਿਆ ਕਰੋ, ਭੇਜਿਆ ਕਰੋ। ਜਿਹੜਾ ਤੁਹਾਡਾ ਸਵਾਲ ਹੋਊਗਾ ਕੋਸ਼ਿਸ਼ ਕਰੂੰਗਾ ਕਮੈਂਟ ਦੇ ਵਿੱਚ ਤੁਹਾਨੂੰ ਜਵਾਬ ਦੇਣ ਦਾ, ਪਰ ਜੇ ਤੁਹਾਡੀ ਭਾਸ਼ਾ ਠੀਕ ਹੋਊਗੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਇੱਕ ਥੋੜੀ ਜਿਹੀ ਹੋਰ ਗੱਲ ਮੇਰੇ ਦਿਮਾਗ 'ਚ ਆ ਗਈ ਹੈ ਕਿ ਜਦੋਂ ਪ੍ਰੋਗਰਾਮ ਸਟਾਰਟ ਕੀਤਾ ਰਾਣੇ ਨੇ, ਉੱਥੇ ਪ੍ਰੋਗਰਾਮ ਦੇ ਵਿੱਚ ਰਾਣਾ ਕਹਿੰਦਾ ਹੈ ਕਿ ਜਤਿੰਦਰ ਸਿੰਘ ਆਪਣਾ ਜਿਹੜਾ ਬੈਨਰ ਆ ਉਹ ਬੈਨਰ ਤੇ ਭਾਈ ਲਿਖ ਰਿਹਾ ਆ। ਇਹ ਗੱਲ ਇਹਨੇ ਕਹੀ ਕਿ ਆਪਣੇ ਆਪ ਹੀ ਕਹਿੰਦਾ ਲਿਖਾ ਕੇ ਪਾ ਰਿਹਾ, ਆ ਲਿਖਿਆ ਇਹਨੇ। ਇਹ ਕਹਿੰਦਾ ਭਾਈ ਜਤਿੰਦਰ ਸਿੰਘ ਖਾਲਸਾ, ਵੀ ਭਾਈ ਆਂਦਾ ਇਹਨੂੰ ਕੀ ਲਿਖਣ ਦੀ ਲੋੜ ਸੀਗੀ, ਆਪੇ ਹੀ ਲਿਖਾ ਲਿਆ। ਫਿਰ ਕਹਿੰਦਾ ਹੌਲੀ ਹੌਲੀ ਪ੍ਰੋਫੈਸਰ ਬਣ ਜਾਊਗਾ। ਪਹਿਲੀ ਤੇ ਗੱਲ ਇਹ ਆ, ਅੱਜ ਤੱਕ ਕੋਈ ਉਦਾਹਰਨ ਦੇ ਜਿਹਦੇ ਵਿੱਚ ਕੋਈ ਟਕਸਾਲ ਤੋਂ ਪੜ੍ਹਿਆ ਪ੍ਰੋਫੈਸਰ ਲਿਖਾਉਂਦਾ ਹੋਵੇ ਆਪਣੇ ਆਪ ਨੂੰ? ਹੈਗੀ ਤੇਰੇ ਕੋਲ ਕੋਈ ਉਦਾਹਰਨ? ਐਵੇਂ ਝੂਠਾ ਇਲਜ਼ਾਮ। ਦੂਜੀ ਗੱਲ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਵੀ ਵੀਰੋ, ਇਹ ਇੰਡੀਆ ਤੋਂ ਬਣਾ ਕੇ ਮੈਨੂੰ ਕਿਸੇ ਵੀਰ ਨੇ ਭੇਜਿਆ। ਉਹੀ ਬੰਦਾ ਮੇਰੇ ਪੋਸਟਰ ਬਣਾਉਂਦਾ ਆ ਹਰ ਵਾਰੀ, ਜਦੋਂ ਵੀ ਕੋਈ ਗੱਲਬਾਤ ਹੋਵੇ ਉਹ ਬਣਾ ਕੇ ਭੇਜਦਾ ਆ। ਉਹਨੇ ਅਗਲੇ ਨੇ ਭਾਈ ਲਿਖਤਾ, ਮੈਂ ਉਹਨੂੰ ਭਾਈ ਬੋਲਦਾ, ਉਹ ਮੈਨੂੰ ਭਾਈ ਬੋਲਦਾ ਆ। ਮੈਂ ਉਹਨੂੰ ਕਹਿੰਦਾ ਭਾਈ ਸਾਹਿਬ ਫਲਾਣਾ ਕੰਮ ਕਰਦੇ ਹੋ, ਮੈਨੂੰ ਕਹਿੰਦਾ ਭਾਈ ਸਾਹਿਬ ਠੀਕ ਹੈ ਜੀ। ਸਾਡਾ ਭਾਈ ਸਾਹਿਬ ਵਾਲਾ ਇੱਕ ਦੂਜੇ ਨੂੰ ਸਤਿਕਾਰ ਆ।
ਇਹਦੇ 'ਚ ਤਾਂ ਕੋਈ ਗੱਲ ਹੀ ਨਹੀਂ ਹੈਗੀ। ਤੇ ਹੁਣ ਉਹਨੇ ਬਣਾ ਕੇ ਭੇਜਤਾ ਤੇ ਮੈਂ ਸ਼ੇਅਰ ਕਰ ਦਿੱਤਾ, ਹੈਨਾ। ਮੈਂ ਆਪਣੇ ਆਪ ਤਾਂ ਲਿਖਿਆ ਨਹੀਂ, ਨਾ ਮੈਂ ਪੋਸਟਰ ਬਣਾਇਆ, ਮੇਰੇ ਕੋਲ ਉਹ ਵੀ ਪਿਆ ਆ ਵੀ ਜਿੱਥੋਂ ਆਇਆ, ਜੇ ਕਿਸੇ ਨੇ ਦੇਖਣਾ ਹੋਊਗਾ ਤਾਂ ਮੈਂ ਉਹ ਵੀ ਦੱਸ ਦੂੰਗਾ। ਪਰ ਇਹ ਗੱਲ ਦੀ ਮੈਨੂੰ ਕਲੀਅਰ ਕਰਨ ਦੀ ਲੋੜ ਨਹੀਂ ਸੀ। ਇਹ ਤੇ ਜਬਲੀਆਂ ਹੁੰਦੀਆਂ, ਇਹੋ ਜਿਹੀਆਂ ਜਬਲੀਆਂ ਦੀ ਕੋਈ ਪਰਵਾਹ ਨਹੀਂ ਆਪਾਂ ਨੂੰ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।